ਵਡਿਆਈ। ਪ੍ਰਗਟ ਭਈ ਸਗਲੇ ਜਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਪ੍ਰਗਟ ਭਈ ਸਗਲੇ ਜਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਵਰਤ ਨ ਰਹੋ ਨ ਮਹਿਰਮ ਦਾਨਾ, ਤਿਸ ਸੇਵੀ ਜੋ ਰਖੈ ਨਿਧਾਨਾ। ਏਕ ਗੁਸਾਈ ਅੱਲਾਹ ਮੇਰਾ, ਹਿੰਦੂ ਤੁਰਕ ਦੋਹਾਨ ਮੇਰਾ। ਗੁਰੂ ਕੇ ਪਿਆਰੇ ਹੋ, ਜਦੋਂ ਸਾਹਿਬਾਂ ਦੀ ਗੋਦ ਵਿੱਚ ਸੱਜ ਜਾਈਏ, ਉਸ ਵਕਤ ਘੱਟੋ ਘੱਟ ਆਪਣੇ ਮਨ ਨੂੰ ਸਰੀਰ ਦੇ ਨਾਲ ਨਾਲ ਸਾਹਿਬਾਂ ਦੀ ਗੋਦ ਵਿੱਚ ਹਾਜ਼ਰ ਕਰ ਦਿਆ ਕਰੀਏ। ਫਿਰ ਅਸੀਂ ਇਸ ਦਰ ਤੋਂ ਕੁਝ ਪ੍ਰਾਪਤ ਕਰ ਸਕਦੇ ਹਾਂ। ਨਹੀਂ ਤਾਂ ਸਾਡੇ ਸਰੀਰ ਹਾਜ਼ਰੀਆਂ ਲਵਾਉਂਦੇ ਹਨ, ਸਾਡੀ ਸੁਰਤ, ਸਾਡਾ ਮਨ ਗੁਰੂ ਚਰਨਾਂ ਵਿੱਚ ਹਾਜ਼ਰ ਨਹੀਂ ਹੁੰਦਾ। ਉਹ ਕਿਵੇਂ ਹੋਏਗਾ? ਤੁਹਾਨੂੰ ਸਾਰਿਆਂ ਨੂੰ ਗੁਰੂ ਬਾਬੇ ਦੀ ਬਾਣੀ ਦੇ ਬੋਲਾਂ ਨੂੰ ਬੜੇ ਧਿਆਨ ਨਾਲ ਸਮਝਣਾ ਪੈਣਾ ਹੈ। ਬਦਕਿਸਮਤੀ ਮੇਰੀ ਕੌਮ ਦੀ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਜਦਾ ਕੀਤਾ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਜਦਾ ਕਰਨ ਤੋਂ ਬਾਅਦ ਸਮਝਣ ਵਿੱਚ ਬਹੁਤ ਵੱਡੀਆਂ ਕੋਤਾਹੀਆਂ ਕਰਦੇ। ਜਾਂ ਜੇ ਮੈਂ ਇੰਝ ਕਹਿ ਲਵਾਂ ਕਿ ਅਸੀਂ ਮੱਥਾ ਟੇਕਣ ਤੋਂ ਬਾਅਦ ਸਮਝਣ ਵਾਲੇ ਬੰਨੇ ਸਫ਼ਰ ਹੀ ਨਹੀਂ ਕਰਦੇ, ਕੋਸ਼ਿਸ਼ ਹੀ ਨਹੀਂ ਕਰਦੇ ਅਸੀਂ, ਤੇ ਅਸੀਂ ਇੱਕ ਸੌਖਾ ਜਿਹਾ ਬਹਾਨਾ ਲਾ ਕੇ ਬਚ ਜਾਂਦੇ ਹਾਂ ਕਿ ਬਾਣੀ ਔਖੀ ਬੜੀ ਹੈ, ਸਾਡੀ ਸਮਝ ਵਿੱਚ ਨਹੀਂ ਆਉਂਦੀ। ਇਹ ਚਲਾਕੀ ਹੈ, ਇਹ ਸਿਆਣਪ ਨਹੀਂ ਹੈ। ਤੁਸੀਂ ਚਲਾਕ ਹੋ, ਤੁਹਾਨੂੰ ਪਤਾ ਹੈ ਕਿ ਜੇ ਬਾਣੀ ਸਮਝ ਵਿੱਚ ਆ ਗਈ ਤੇ ਸੰਸਾਰ ਨਾਲ ਉਹ ਲਿੰਕ ਤੋੜ ਕੇ ਨਿਰੰਕਾਰ ਦੇ ਰਾਹ ਤੇ ਸਫ਼ਰ ਕਰਨਾ ਪੈਣਾ। 2 ਦਿਨ ਤੁਸੀਂ ਅੱਜ ਮੁੱਖ ਰੱਖ ਕੇ ਗੁਰੂ ਦੀ ਗੋਦ 'ਚ ਬੈਠੇ ਹੋ। ਇੱਕ ਤੇ ਨਵੇਂ ਸਾਲ ਦੀ ਆਗਮਨ, ਤੇ ਦੂਸਰਾ ਵੀਰ ਸੰਦੀਪ ਸਿੰਘ, ਜਿਹਨੂੰ ਦੀਪ ਸਿੱਧੂ ਕਰਕੇ ਬਹੁਤੇ ਵੀਰ ਭੈਣਾਂ ਜਾਣਦੇ ਹੋ। ਉਸਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਾਂ ਸਿੱਖ ਫਲਸਫੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਇਸੇ ਕਰਕੇ ਉਹ ਸੰਸਾਰ ਦਾ ਸਫ਼ਰ ਛੱਡ ਕੇ ਨਿਰੰਕਾਰ ਦੇ ਰਾਹ ਤੇ ਤੁਰ ਪਿਆ। ਤੇ ਨਿਰੰਕਾਰ ਦਾ ਰਸਤਾ ਇੰਨਾ ਕਠਿਨ ਹੈ, ਜਾਂ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਨੂੰ ਇਹ ਡਰ ਬਹੁਤ ਸਤਾਉਂਦਾ ਜਦੋਂ ਕੋਈ ਨਿਰੰਕਾਰੀ ਪੈਦਾ ਹੁੰਦਾ। ਇਹ ਬਹੁਤ ਵੱਡਾ ਖਤਰਾ ਹੁੰਦਾ ਉਹਨਾਂ ਵਾਸਤੇ। ਇਹੀ ਕਾਰਨ ਅੱਜ ਤੋਂ ਨਹੀਂ, ਜਿਸ ਦਿਨ ਤੋਂ ਸਿੱਖ ਨੇ ਜਨਮ ਲਿਆ ਬਾਬੇ ਨਾਨਕ ਜੀ ਦੇ ਰੂਪ ਵਿੱਚ, ਉਸ ਦਿਨ ਤੋਂ ਜਿੱਥੇ ਬਾਬੇ ਨਾਨਕ ਜੀ ਪ੍ਰਥਾਏ ਸ਼ਬਦ ਵਰਤੇ ਨਾ, ਧੰਨ ਨਾਨਕ ਤੇਰੀ ਵੱਡੀ ਕਮਾਈ, ਉੱਥੇ ਸ਼ਬਦ ਵੀ ਬਾਬੇ ਨਾਨਕ ਜੀ ਨੂੰ ਸੁਣਨੇ ਪਏ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ। ਇਹ ਭੂਤਨਾ ਹੈ। ਹੁਣ ਸਿੱਖ ਮਾਨਸਿਕਤਾ ਤੇ ਆਪਾਂ ਇਹ ਗੱਲ ਨਹੀਂ ਨਾ ਸੋਚ ਸਕਦੇ ਵੀ ਅਸੀਂ ਬਾਬੇ ਨੂੰ ਏਦਾਂ ਸੰਬੋਧਨ ਕਰੀਏ, ਪਰ ਕਿਸੇ ਨੇ ਇਹ ਵੀ ਸੰਬੋਧਨ ਕੀਤਾ ਵੀ ਇਹ ਭੂਤਨਾ ਹੈ।
ਇਹ ਬੇਤਾਲਾ ਤਾਲ ਤੋਂ ਖੁੰਝਿਆ ਹੋਇਆ। ਤੇ ਸਾਡੇ ਦੇਸ਼ ਦੇ ਜਿਨ੍ਹਾਂ ਨੂੰ ਬਹੁਤ ਮਹਾਨ ਸਕਾਲਰ ਤੇ ਮਹਾਤਮਾ ਮੰਨ ਲਿਆ ਦੁਨੀਆ ਦੇ ਲੋਕਾਂ ਨੇ, ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਵਾਸਤੇ ਵੀ ਇੱਕ ਸ਼ਬਦ ਵਰਤਿਆ ਹੈ, ਦੇਸ਼ ਭੁੱਲੜ ਭਗਤ ਹੈ। ਭਗਤ ਤਾਂ ਹੈ ਪਰ ਇਹ ਦੇਸ਼ ਤਾਂ ਭੁੱਲਿਆ ਹੋਇਆ ਭਗਤ ਹੈ। ਉਹਦਾ ਕਾਰਨ ਹੈ ਕਿ ਨਿਰੰਕਾਰੀ ਤੇ ਸੰਸਾਰੀ ਵਿਚਾਰਧਾਰਾ ਦਾ ਟਕਰਾਅ ਹੈ, ਔਰ ਇਹ ਸਦੀਆਂ ਤੋਂ ਹੈ। ਇਹ ਬਾਬੇ ਨਾਨਕ ਜੀ ਤੋਂ ਪਹਿਲਾਂ ਵੀ ਹੈ। ਇਸੇ ਕਰਕੇ ਨਿਰੰਕਾਰੀ, ਤਾਂ ਹੀ ਬਾਬੇ ਨੇ ਬਾਣੀ 'ਚ ਲਿਖਿਆ ਨਾ, ਭਗਤਾਂ ਤੇ ਸੰਸਾਰੀਆਂ, ਬੋਲੋ ਗੱਜ ਕੇ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਦੇ ਨਹੀਂ ਆਉਂਦਾ। ਇਸ ਲਈ ਪਿਛਲੇ 100 ਸਾਲ ਤੋਂ ਜਿੱਥੇ ਨਿਰੰਕਾਰ ਦੀ ਗੱਲ ਚੱਲਣੀ ਸੀ ਨਾ, ਸੰਸਾਰ ਦੇ ਬੰਦਿਆਂ ਨੇ ਲਿਆਣ ਕੇ ਸੰਸਾਰ ਫਿੱਟ ਕਰਤਾ ਉੱਥੇ। ਉਹਦੇ ਵਿੱਚੋਂ ਇੱਕ ਮੁੱਦਾ ਹੈ ਮੂਲ ਨਾਨਕਸ਼ਾਹੀ ਕੈਲੰਡਰ ਦਾ। ਤੋ ਆਓ ਜਦੋਂ ਗੁਰੂ ਦੀ ਹਜ਼ੂਰ ਵਿੱਚ ਸੱਜ ਆਇਆ ਕਰੋ। ਇੱਕ ਬੇਨਤੀ ਹੈ, ਮਨ ਤਨ ਕਰਕੇ ਹਾਜ਼ਰ ਹੋਇਆ ਕਰੋ। ਅਸੀਂ ਤਨ ਤੇ ਧਨ ਕਰਕੇ ਹਾਜ਼ਰ ਹੁੰਦੇ ਹਾਂ, ਮਨ ਵਿੱਚੋਂ ਮਨਫੀ ਰਹਿ ਜਾਂਦਾ। ਤਨ ਤੇ ਧਨ ਦੋਵੇਂ ਚੀਜ਼ਾਂ ਸਾਡੇ ਕੋਲ ਹੈਗੀਆਂ ਨਾ, ਜੋ ਅਸੀਂ ਗੁਰੂ ਨੂੰ ਸਮਰਪਿਤ ਕਰ ਦਿੰਦੇ ਹਾਂ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ, ਜੇ ਤੂੰ ਮਨ ਨਹੀਂ ਸਮਰਪਿਤ ਕੀਤਾ ਤੇ ਨਾ ਤੇਰਾ ਧਨ ਕਿਸੇ ਕੰਮ ਦਾ ਤੇ ਨਾ ਤੇਰਾ ਤਨ ਕਿਸੇ ਕੰਮ ਦਾ। ਹੁਣ ਤੁਸੀਂ ਵੇਖੋ, ਗੁਰਦੁਆਰਿਆਂ 'ਚ ਇਕੱਠ ਹੈ, ਇਹਦਾ ਮਤਲਬ ਧਨ ਹਾਜ਼ਰ ਹੋ ਰਹੇ ਨੇ। ਗੁਰਦੁਆਰਿਆਂ ਦੀਆਂ ਇਮਾਰਤਾਂ ਬਹੁਤ ਆਲੀਸ਼ਾਨ ਬਣ ਗਈਆਂ, ਇਹਦਾ ਮਤਲਬ ਧਨ ਵੀ ਅਸੀਂ ਸਮਰਪਿਤ ਕੀਤਾ। ਪਰ ਸਿੱਖ ਨਹੀਂ ਰਿਹਾ, ਸਿੱਖ ਦਾ ਕਿਰਦਾਰ ਹੀ ਨਹੀਂ ਰਿਹਾ। ਉਹ ਸਿੱਖ ਦੇ ਕਰੈਕਟਰ 'ਚ ਉਹ ਵਿਚਾਰਧਾਰਾ ਹੀ ਨਹੀਂ ਰਹੀ ਜਿਹੜਾ ਸਿੱਖ ਸੀ। ਕਦੇ ਸਿੱਖ ਕਿਸੇ ਸਟਰਕਚਰ ਨੂੰ ਕਹਿ ਹੀ ਨਹੀਂ ਜਾਂਦਾ। ਇਸ ਲਈ ਆਪਾਂ ਇਸ ਗੱਲ ਨੂੰ ਥੋੜੇ ਜਿਹੇ ਧਿਆਨ ਨਾਲ ਸਮਝਣਾ। ਸਮਰਪਿਤ ਹੋ ਕੇ ਬੈਠਿਓ। ਸਮਾਂ ਸੀਮਤ ਜੇ ਹੈ, ਮੈਂ ਆਪਣੇ ਸਮੇਂ 'ਚ ਹੀ ਰਹਿਣਾ। ਬਹੁਤ ਸਾਰੇ ਤੁਹਾਡੇ ਮਨਾਂ ਦੇ ਅੰਦਰ ਜਿਹੜੇ ਖਿਆਲਾਤ ਨੇ, ਜਿਹੜੇ ਸੁਭਾਅ ਨੇ, ਜਿਹੜੇ ਸਾਡੀ ਨੇਚਰ ਦੀ ਆਦਤ ਹੈ, ਉਹਨਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਸਮਝਣ ਦੀ ਕੋਸ਼ਿਸ਼ ਕਰੋ। ਭੱਜੋ ਨਾ ਇਸ ਗੱਲ ਤੋਂ। ਅਸੀਂ ਭੱਜਦੇ ਬਹੁਤ, ਛੱਡੋ ਮੈਨੂੰ ਕੀ, ਮੈਂ ਕੀ ਲੈਣਾ। ਇਹਦਾ ਮਤਲਬ ਹੈ ਤੁਸੀਂ ਆਪਣੇ ਆਪ ਨੂੰ ਪਰਿਵਾਰ ਦਾ ਪਾਰਟ ਹੀ ਨਹੀਂ ਮੰਨਦੇ। ਪਰਿਵਾਰ ਦੀਆਂ ਸਮੱਸਿਆਵਾਂ ਨੂੰ ਛੱਡੋ ਕਹਿ ਕੇ ਨਹੀਂ ਗੁਜ਼ਾਰਾ ਹੁੰਦਾ। ਨਿੱਕੀ ਜਿਹੀ ਵੀ ਪ੍ਰੋਬਲਮ ਹੋਵੇ ਸਾਡੇ ਘਰ ਦੀ, ਇੱਕ ਸੋਚੀ ਨਾ ਚੱਲਦਾ ਹੋਵੇ, ਤੇ ਕਿੰਨੇ ਕੁ ਮੈਂਬਰ ਕਹਿੰਦੇ ਨੇ ਵੀ ਛੱਡੋ ਅਸੀਂ ਕੀ ਲੈਣਾ। ਪਰ ਸ਼ਾਬਾਸ਼ ਤੁਹਾਡੇ ਪੰਥ ਦੇ ਪਹਿਰੇਦਾਰੋ, ਤੁਸੀਂ ਇਸ ਪੰਥ ਨੂੰ ਪਰਿਵਾਰ ਹੀ ਨਹੀਂ ਮੰਨਦੇ ਆਪਣਾ। ਤੁਸੀਂ ਕਹਿੰਦੇ ਹੋ ਮੈਨੂੰ ਕੀ ਹੈ, ਮੇਰੀ ਜ਼ਿੰਦਗੀ ਵਧੀਆ ਚੱਲਦੀ ਹੈ। ਤੇ ਬਾਬੇ ਨਾਨਕ ਵਰਗੀ ਜ਼ਿੰਦਗੀ ਤੇ ਕਿਸੇ ਦੀ ਵੀ ਨਹੀਂ ਚੱਲਦੀ। ਉਸ ਵਕਤ ਪਟਵਾਰੀ ਦਾ ਪੁੱਤ ਸੀ ਬਾਬਾ ਨਾਨਕ, ਉਸ ਵਕਤ ਪਟਵਾਰੀ ਦਾ ਪੁੱਤ। ਇਹਦਾ ਸੈਂਸ ਉਸ ਵੇਲੇ ਬਾਬੇ ਨਾਨਕ ਕੋਲ ਇਹ ਲੋੜ ਨਹੀਂ ਸੀ ਵੀ ਬਾਬਾ ਕਿਸੇ ਥਾਂ ਤੇ ਗਿਆ ਹੋਵੇ ਵੀ ਉਹਨੇ ਕਿਤੇ 4 ਛਿਲੜਾਂ ਇਕੱਠੀਆਂ ਕਰਕੇ ਆਪਣਾ ਘਰ ਚਲਾਉਣਾ ਹੈ। ਤੇ ਨਾ ਬਾਬੇ ਨੇ ਕਿਸੇ 10-50 ਬੰਦਿਆਂ 'ਚ ਜਾ ਕੇ ਆਪਣਾ ਰੁਤਬਾ ਕਾਇਮ ਕਰਨਾ ਸੀ ਵੀ ਬਾਬੇ ਨੂੰ ਕਹਿਣ ਬੱਲੇ ਬੱਲੇ ਵੀ ਇਹਦੀ ਗੱਲ ਬੜੀ ਕਮਾਲ ਦੀ ਹੈ। ਇਹ ਚਾਹੀਦਾ ਹੀ ਨਹੀਂ ਸੀ ਮੇਰੇ ਬਾਬੇ ਨਾਨਕ ਨੂੰ। ਤੇ ਜਿਹੜੀ ਤੜਫ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਸੀ, ਤੇ ਉਹ ਤੜਫ ਮੇਰੇ ਬਾਬੇ ਨਾਨਕ ਨੇ ਆਮ ਜਨ ਨਾਗਰਿਕ ਦੇ ਹਿਰਦੇ ਦੇ ਅੰਦਰ ਪੈਦਾ ਕੀਤੀ। ਫਿਰ ਪੈਦਾ ਹੋਇਆ ਸਿੱਖ ਪੰਥ, ਅਸੀਂ ਪਰਿਵਾਰ ਬਣੇ। ਪਰ ਹੌਲੀ ਹੌਲੀ ਅਸੀਂ ਉਹ ਪੀੜ, ਉਹ ਤੜਫ ਆਪਣੇ ਹਿਰਦਿਆਂ ਚੋਂ ਕੱਢ ਦਿੱਤੀ ਹੈ। ਇਸ ਲਈ ਬੇਨਤੀ ਹੈ, ਗੁਰੂ ਦੀ ਹਜ਼ੂਰੀ 'ਚ ਜਦੋਂ ਆਓ ਸਮਰਪਿਤ ਹੋਇਆ ਕਰੋ, ਸਮਝਿਆ ਕਰੋ ਬਾਣੀ 'ਚ ਕੀ ਲਿਖਿਆ ਹੈ। ਕੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਏਕ ਗੁਸਾਈ ਅੱਲਾਹ ਮੇਰਾ। ਕੀ ਕਿਹਾ ਮਹਾਰਾਜ ਨੇ, ਹਿੰਦੂ ਤੁਰਕ ਦੋਹਾਂ ਨਬੇਰਾ। ਨਬੇਰਾ ਦਾ ਤਾਂ ਨਿਖੇੜਾ ਕਰਤਾ, स्पष्ट करती गल। हमरा झगड़ा रहा न कोई,
पंडित मुल्ला छाड़े दो। सारे करियो कृपा। हमरा झगड़ा रहा न को पंडित मुल्ला। गज के ढिली जी आवाज आती है। हमरा झगड़ा रहा पंडित मुल्ला छाड़े। दोवें ही छड्डते, ना पंडित वाली ना मुल्ला वाली। पर अज कैलेंडर किहड़ा मनदा है? छड्डिया नहीं ना, फिर पै गया ना फर्क उत्थे। पंडित मुल्ला जो लिख दिया छाड़ चले, हम कछु न लिया। ये बाणी च लिखा, गुरु अर्जन साहब जी ने लिखा है, बाबे नानक जी ने लिखा है, भगत नामदेव जी ने लिखा है, बाबा कबीर जी ने लिखा है। पंडित मुल्ला छाड़े दो, करो कृपा हमरा झगड़ा। झगड़ा एक नबेरो राम, जो तुम अपने जन सो काम। एह मन वड्डा कि जां सौ मन मानिया, राम वड्डा कि रामै जानिया। हमरा झगड़ा रहा, करो कृपा हमरा झगड़ा। साडा कोई झगड़ा ही नहीं है, कोई रौला नहीं साडा। हिंदू पूजै देहुरा मुसलमान, मसीत नामै सोई सेविया। जहाँ देहुरा नाम सीत, नाम सोई सेविया। जहाँ देहुरा नाम सीत, हमरा झगड़ा रहा न को पंडित मुल्ला। गज के पंडित मुल्ला। दीन दुनी दे मालक, हलत पलत सवार देनहार सच सच्चे पातशाह जी दे मुकद्दस चरणा अंदर सुभाएमान गुरु के प्यारे हो। आप समूह संगतां, गुरु घर दे प्रबंधक वीर, वो संस्था, वो संस्थावां जिन्हां ने कोशिश की है भी असी नानक पिता जी के नाम नाल जुड़िया होया नवां साल भी गुरु की गोद विच बह के मनाईए। तुसीं सच्ची सारे वधाई दे पात्र हो, पर सानू इहदे तों भी अगे वधना पैना। आओ सारे रल मिल के विचार आरंभदे हां। विचार का मतलब हुंदा है असी विचारना है कुछ। विचार का मतलब कथा नहीं हुंदा। आम करके की हुंदा है भी कीर्तन होया, हुण कथा होएगी तो दीवान की समाप्ति होएगी। असीं कहने विचार करनी है, तो विचार का मतलब आपां कुछ विचारन लई बैठे। सो आओ विचार आरंभीए। विचार आरंभण तो पहला गुरु बख्शिश दोहराइए। प्यार नाल गज के आखो वाहिगुरू जी का खालसा, वाहिगुरू जी की फतेह। पहली गल तो यह है भी सिख जगत अजे तक इस गल तो स्पष्ट ही नहीं हो सकिया कि असी सिख किहदे हां। ये बड़ी वड्डी दुविध है। हालांकि कोई उलझन है नहीं, स्पष्ट हैगा, पर उलझन पैदा की गई है क्योंकि जिन्ना चिर तक तुहानू उलझाया नहीं जाएगा उन्ना चिर तक तुहानू मंजिल तो रोकिया नहीं जा सकता।
ਜਿਹੜੇ ਬੰਦੇ ਮੰਜ਼ਿਲ ਤੇ ਤੁਰੇ ਜਾਂਦੇ ਹੋਣ ਤਾਂ ਉਹਨਾਂ ਨੂੰ ਉਲਝਾਉਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਤੁਸੀਂ ਸਫ਼ਰ ਬੜੀ ਛੇਤੀ ਕਰਦੇ ਹੋ। ਤੁਹਾਡੇ 'ਚ ਇਹ ਕਲਾ ਹੈ, ਗੁਰੂ ਸਾਹਿਬ ਜੀ ਦੀ ਮਿਹਰ ਹੈ। ਤੁਸੀਂ 1606 ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਤਤੀ ਤਵੀ ਤੇ ਬੈਠਦਿਆਂ ਵੇਖਦੇ ਹੋ। 1606 ਵਿੱਚ ਤੇ 1604 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ। ਪਹਿਲਾ ਪ੍ਰਕਾਸ਼ ਅੰਮ੍ਰਿਤਸਰ ਦੀ ਧਰਤੀ ਤੇ 1604 ਵਿੱਚ 1 ਸਤੰਬਰ 1604 ਨੂੰ ਪਹਿਲਾ ਪ੍ਰਕਾਸ਼ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁੰਦਾ ਤੇ ਅੰਮ੍ਰਿਤਸਰ ਦੇ ਠੀਕ ਨਜ਼ਦੀਕ ਲਾਹੌਰ ਗੁਰੂ ਸਾਹਿਬ ਜੀ 30 ਮਈ 1606 ਨੂੰ ਤਤੀ ਤਵੀ ਤੇ ਬਿਠਾਏ ਜਾਂਦੇ ਨੇ। ਹੁਣ ਇਹਨਾਂ ਦੋਵਾਂ ਚੀਜ਼ਾਂ ਦਾ ਆਪਸੀ ਰਿਸ਼ਤਾ ਹੈ। ਕਿਉਂ ਹੋਇਆ ਏਦਾਂ? ਜਿਸ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਬਾਰੇ ਭੱਟ ਸਾਹਿਬਾਨਾਂ ਨੇ ਬਾਣੀ 'ਚ ਲਿਖਿਆ, ਗੁਰੂ ਅਰਜਨ ਪ੍ਰਤੱਖ ਹਰ, ਜੇ ਧਰਤੀ ਤੇ ਰੱਬ ਵੇਖਣਾ ਹੋਵੇ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਵੇਖਿਆ ਜਾ ਸਕਦਾ। ਤੇ ਭੱਟ ਕੌਣ ਨੇ? ਜਿਹੜੇ 11 ਦੇ 11 ਹੀ ਬ੍ਰਾਹਮਣ ਨੇ। ਇੱਕ ਗੱਲ ਹੋਰ ਧਿਆਨ ਨਾਲ ਸਮਝ ਲਿਓ, ਗੁਰੂ ਨਾਨਕ ਜੀ ਵਿਚਾਰਧਾਰਾ ਬਾਰੇ ਨਾ ਅਗਲਿਆਂ ਨੇ ਤੁਹਾਡੇ ਨੈਰੇਟਿਵ ਨਹੀਂ ਸਮਝੇ ਵੀ ਤੁਸੀਂ ਕੀ ਨੈਰੇਟਿਵ ਦਿੰਦੇ ਹੋ ਗੁਰੂ, ਕਿਉਂਕਿ ਤੁਸੀਂ ਨੈਰੇਟਿਵ ਸੈੱਟ ਹੀ ਨਹੀਂ ਕਰ ਪਾਏ। ਆਪਾਂ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਪਰ ਅਗਲੇ ਕਹਿੰਦੇ ਨੇ ਸਿੱਖ ਸਰਬੱਤ ਦਾ ਭਲਾ ਮੰਗਦਾ ਹੀ ਨਹੀਂ ਹੈ। ਤੇ ਇਹ ਗੱਲ ਜ਼ਿਆਦਾ ਲੋਕ ਜਾਣਦੇ ਨੇ ਵੀ ਸਿੱਖ ਸਰਬੱਤ ਦਾ ਭਲਾ ਨਹੀਂ ਮੰਨਦਾ, ਇਹ ਘੱਟ ਲੋਕ ਜਾਣਦੇ ਨੇ ਵੀ ਸਿੱਖ ਸਰਬੱਤ ਦਾ ਭਲਾ ਮੰਗਦਾ। ਤੁਸੀਂ ਭਾਵੇਂ ਨੈਸ਼ਨਲ ਮੀਡੀਆ ਹੋਵੇ, ਭਾਵੇਂ ਨੈਸ਼ਨਲ ਰਿਪੋਰਟਰ ਹੋਣ, ਭਾਵੇਂ ਨੈਸ਼ਨਲ ਲੈਵਲ ਦੇ ਬੰਦੇ ਹੋਣ ਤੇ ਭਾਵੇਂ ਇੰਟਰਨੈਸ਼ਨਲ ਪੱਧਰ ਦੇ ਬੰਦੇ ਹੋਣ, ਹਾਲਾਂਕਿ ਸਿੱਖ ਸਰਬੱਤ ਦਾ ਭਲਾ ਉੱਤੇ ਮੰਗਦਾ ਹੀ ਨਹੀਂ ਹੈ। ਸਿੱਖ ਇਕੱਲਾ ਸਰਬੱਤ ਦਾ ਭਲਾ ਮੰਗਦਾ ਨਹੀਂ ਹੈ, ਇਹ ਕਰਕੇ ਵੀ ਵਿਖਾਉਂਦਾ। ਸਿੱਖ ਨੇ ਕਿਸੇ ਦੀ ਮਦਦ ਕਰਨ ਲੱਗਿਆ ਉਹਦੇ ਮੱਥੇ ਤੇ ਲੱਗਾ ਤਿਲਕ ਨਹੀਂ ਵੇਖਣਾ, ਉਹਦੇ ਗਲ 'ਚ ਪਿਆ ਜਨੇਊ ਨਹੀਂ ਵੇਖਣਾ, ਉਹਦੇ ਘਰ ਦੇ ਬਾਹਰ ਟੰਗੀ ਤਸਵੀਰ ਨਹੀਂ ਵੇਖਣੀ। ਸਿੱਖ ਨੇ ਇਹ ਵੇਖਣਾ ਵੀ ਇਹ ਲੋੜਵੰਦ ਹੈ। ਉਹਦਾ ਕੋਈ ਮਜ਼ਹਬ ਹੋਵੇ, ਕੋਈ ਬਿਰਾਦਰੀ ਹੋਵੇ, ਤੇ ਬੇਅੰਤ ਐਗਜ਼ਾਮਪਲਾਂ ਇਤਿਹਾਸ ਵਿੱਚੋਂ ਅੱਜ ਵੀ ਪੈਦਾ ਕੀਤੀਆਂ ਜਾ ਸਕਦੀਆਂ। ਪਰ ਜਿਹੜੇ ਬੰਦੇ ਚਲਾਕ ਤੇ ਸ਼ਾਤਰ ਨੇ ਨਾ, ਉਹਨਾਂ ਨੇ ਇਹ ਗੱਲ ਤੁਹਾਡੀ ਦੁਨੀਆ ਦੇ ਸਾਹਮਣੇ ਨਹੀਂ ਜਾਣ ਦੇਣੀ। ਉਹਨਾਂ ਨੇ ਇਹ ਜਾਣ ਦੇਣੀ ਹੈ ਵੀ ਸਿੱਖ ਖਤਰਨਾਕ ਬੰਦੇ ਨੇ, ਤੇ ਮੰਨਦੇ ਵੀ ਨਹੀਂ ਲੋਕ ਇਸ ਤਰ੍ਹਾਂ, ਕਿਉਂਕਿ ਤੁਸੀਂ ਤਾਂ ਆਪਸ ਵਿੱਚ ਹੀ ਇੰਨਾ ਉਲਝੇ ਪਏ ਹੋ, ਤੁਸੀਂ ਤਾਂ ਆਪਸ ਵਿੱਚ ਹੀ ਇੰਨੇ ਖਲਜਗਣ 'ਚ ਪਏ ਹੋ। ਜਿੰਨੀਆਂ ਜਥੇਬੰਦੀਆਂ ਨੇ ਸਿੱਖ ਕੌਮ ਦੇ ਵਿੱਚ, ਕੋਈ ਟਾਵੀਂ ਜਥੇਬੰਦੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੇਠ ਚੱਲਦੀ ਨਹੀਂ, ਤੇ ਹਰ ਜਥੇਬੰਦੀ ਦੀ ਆਪਣੀ ਵਿਚਾਰਧਾਰਾ ਹੈ। ਹੱਦ ਹੋ ਗਈ ਹੈ, ਤੁਸੀਂ ਹੁੰਨੇ ਕੌਣ ਆਪਣੀ ਵਿਚਾਰਧਾਰਾ ਪੈਦਾ ਕਰਨ ਵਾਲੇ? ਵੀ ਮੈਂ ਆਪਣੀ ਵਿਚਾਰਧਾਰਾ ਉਦੋਂ ਦੁਨੀਆ ਨੂੰ ਦਿਆਂਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੇ ਮੈਨੂੰ ਭਰੋਸਾ ਨਹੀਂ ਹੋਏਗਾ। ਨਛੱਤਰ ਸਿੰਘ ਦੀ ਸਮਰੱਥਾ ਨਹੀਂ ਕੋਈ ਆਪਣੀ ਜਥੇਬੰਦੀ ਦੀ ਵਿਚਾਰਧਾਰਾ, ਨਾਲੇ ਮੇਰੀ ਜਥੇਬੰਦੀ ਸਮਰੱਥਾ ਹੀ ਨਹੀਂ ਰੱਖਦੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਆਪਣੀ ਵਿਚਾਰਧਾਰਾ ਦੇ। ਪਰ ਬੰਦਿਆਂ ਨੇ ਜੁਰਤ ਕੀਤੀ ਔਰ ਉਹਨੂੰ ਪਲੋਸਿਆ ਇੰਨਾ, ਆਪਣੀ ਜਥੇਬੰਦੀ ਦੀ ਵਿਚਾਰਧਾਰਾ ਦੇ ਨਾਂ ਨਾਲ ਮਗਰ ਗੁਰੂ ਸਾਹਿਬ ਖੜੇ ਕਰ ਲਏ, ਤਾਂ ਕਿ ਅਗਲਿਆਂ ਨੂੰ ਐ ਲੱਗੇ ਗੁਰੂ ਦੀ ਵਿਚਾਰਧਾਰਾ। ਇਹ ਚਲਾਕੀ ਹੈ। ਅਸੀਂ ਮੰਨ ਗਏ, ਕਿਉਂਕਿ ਗੁਰੂ ਦੇ ਨਾਂ ਤੇ ਅਸੀਂ ਬਹੁਤ ਸਤਿਕਾਰ ਕਰਦੇ ਹਾਂ। ਗੁਰੂ ਦੇ ਨਾਂ ਤੇ ਤਾਂ ਸਾਡੀ ਜਾਨ ਵੀ ਮੰਗ ਲੈ ਨਾ ਕੋਈ, ਕਿਉਂਕਿ ਗੁਰੂ ਨਾਲ ਸਾਡਾ ਗੁਰੂ ਨੇ ਸਾਡੇ ਲਈ ਕੀਤਾ ਹੀ ਇੰਨਾ ਕੁਝ। ਦਸ਼ਮੇਸ਼ ਪਿਤਾ ਜੀ ਦਾ ਨਾਂ ਆਵੇ ਤੇ ਸਿੱਖ ਢੇਰੀ ਹੋ ਜਾਂਦਾ ਹੈ, ਕਿਉਂਕਿ ਦਸ਼ਮੇਸ਼ ਪਿਤਾ ਜੀ ਨੇ ਸਾਡੇ ਲਈ ਕੀਤਾ ਹੀ ਇੰਨਾ ਕੁਝ ਹੈ। ਅਸੀਂ ਮੱਲੋ ਮੱਲੀ ਸਿਰ ਝੁਕਦਾ ਉਹਨਾਂ ਦੇ ਸਾਹਮਣੇ ਸਾਡਾ। ਜਿਸ ਪਿਤਾ ਨੇ ਆਪਣੇ ਪੁੱਤ ਤੋਰੇ ਹੋਣ, ਜਿਸ ਪੁੱਤ ਨੇ ਆਪਣਾ ਪਿਓ ਤੋਰਿਆ ਹੋਵੇ, ਜਿਸ ਪਿਤਾ ਨੇ ਆਪਣੀ ਮਾਂ ਤੋਰੀ ਹੋਵੇ, ਜਿਹਨੇ ਆਪਣਾ ਦਾਦਾ ਤੋਰਿਆ ਹੋਵੇ, ਜਿਹਨੇ ਆਪਣੇ ਪੋਤਰੇ ਤੋਰੇ ਹੋਣ, ਪੁੱਤ ਤੋਰੇ ਹੋਣ, ਉਹਦੇ ਲਈ ਜਾਨ ਤਾਂ ਹਾਜ਼ਰ ਕਰਨਾ ਸੁਭਾਵਿਕ ਹੀ ਹੈ। ਫਿਰ ਚਲਾਕ ਬੰਦਿਆਂ ਨੇ ਕੀਤਾ ਕਿ ਜਿਹੜੀ ਗੱਲ ਆਪਣੀ ਮਨਾਉਣੀ ਸੀ ਨਾ, ਮਗਰ ਗੁਰੂ ਸਾਹਿਬ ਖੜੇ ਕਰ ਲਏ, ਤਾਂ ਕਿ ਤੁਹਾਡੇ ਮਨ ਵਿੱਚ ਸ਼ੰਕਾ ਨਾ ਪੈਦਾ ਹੋਵੇ, ਤੁਸੀਂ ਸਿੱਧੇ ਉਹਦੇ ਨਾਲ ਜੁੜ ਜਾਓ, ਕਿਉਂਕਿ ਮਗਰ ਗੁਰੂ ਖੜਾ ਹੈ।
ਤੇ ਆਪਾਂ ਸਮਝਣਾ ਨਹੀਂ ਚਾਹੁੰਦੇ। ਆਪਾਂ ਮੱਥਾ ਟੇਕਣ ਵਾਲੇ ਸਿੱਖ ਹਾਂ ਬਸ। ਆਪਾਂ ਜਾਣਾ ਹੈ, ਪਰਿਕਰਮਾ ਕਰਨੀ ਹੈ, ਨਮਸਕਾਰ ਕਰਨੀ ਹੈ, ਘੜੀ ਕਰੌਣਾ ਮੇਲਾ ਵੇਖਣਾ ਹੈ, ਆਪਾਂ ਮੋੜ ਆਉਣਾ। ਇਹੀ ਭਰਮ ਗੁਰੂ ਹਰਕ੍ਰਿਸ਼ਨ ਅੱਜ ਗੁਰੂ ਹਰਿਰਾਏ ਪਾਤਸ਼ਾਹ ਜੀ ਦਾ ਗੁਰਗੱਦੀ ਦਿਵਸ ਵੀ ਹੈ। ਅੱਜ ਦੇ ਦਿਨ ਗੁਰੂ ਹਰਿਰਾਏ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਵੀ ਬੈਠੇ। ਤੇ ਗੁਰੂ ਹਰਿਰਾਏ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ। ਤੇ ਜਦੋਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਸਨ, ਇਤਿਹਾਸਕਾਰਾਂ ਨੇ ਉਸ ਵੇਲੇ ਗੁਰੂ ਸਾਹਿਬ ਜੀ ਦੀ ਉਮਰ ਬਹੁਤ ਛੋਟੀ ਲਿਖੀ ਹੈ, ਸਰੀਰ ਕਰਕੇ, ਬੱਚਿਆਂ ਵਾਲੀ ਉਮਰ। ਈਵਨ ਬੱਚਿਆਂ ਵਾਲੀ ਵੀ ਨਹੀਂ, ਅਸੀਂ 5-6 ਸਾਲ 7 ਸਾਲ ਦੇ ਬੱਚੇ ਤੋਂ ਤੇ ਘਰ ਬੱਚਾ ਵੀ ਨਹੀਂ ਮੰਨਦੇ ਹੋ। ਤੁਹਾਡੇ ਘਰਾਂ 'ਚ 5-6 7 ਸਾਲ ਦੇ ਬੱਚੇ ਨੇ, ਕਿਉਂਕਿ ਅਸੀਂ ਉਹਨੂੰ ਤਾਂ ਉਹਦੇ ਤੇ ਟਰਸਟ ਹੀ ਨਹੀਂ ਕਰ ਸਕਦੇ। ਹੁਣ ਗੁਰੂ ਹੋਣ ਵਿੱਚ ਤੇ ਸੰਸਾਰੀ ਹੋਣ ਵਿੱਚ ਫਰਕ ਹੈ ਬਹੁਤ ਵੱਡਾ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠ ਗਏ। ਹਾਲਾਂਕਿ ਉਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪ੍ਰਚਾਰ ਪ੍ਰਸਾਰ ਵਿੱਚ ਲੱਗੇ ਹੋਏ ਨੇ। ਜਦੋਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਬੈਠੇ ਤੇ ਜਿਹੜੇ ਪਹਿਲੇ ਦਿਨ ਤੋਂ ਜਿਨ੍ਹਾਂ ਦਾ ਜਨੇਊ ਬਾਬੇ ਨਾਨਕ ਨੇ 9 ਸਾਲ ਦੀ ਉਮਰ 'ਚ ਇਹ ਕਹਿ ਕੇ ਫੜ ਲਿਆ ਸੀ ਨਾ ਵੀ ਮੈਂ ਪਾ ਤਾਂ ਲੈਣਾ, ਪਰ ਇਹ ਦੱਸ ਇਹਦੇ ਨਾਲ ਹੁੰਦਾ ਕੀ ਹੈ। ਸਵਾਲ ਕਰਨਾ ਤੇ ਹੱਕ ਹੈ ਨਾ ਸਾਡਾ। ਤੇ ਜਿਹੜਾ ਪਾਉਣ ਆਇਆ ਸੀ ਨਾ, ਉਹਦੀ ਉਮਰ ਉਸ ਵੇਲੇ 60 ਸਾਲ ਸੀ। ਤੇ 60 ਸਾਲ ਵਾਲਾ ਕਹਿੰਦਾ ਇਹਦੇ ਨਾਲ ਬੰਦਾ ਧਰਮੀ ਬਣਦਾ। ਤੇ ਨਾਨਕ ਪਿਤਾ ਜੀ ਕਹਿੰਦੇ ਠੀਕ ਹੈ, ਫਿਰ ਜੇ ਇਹਦੇ ਨਾਲ ਧਰਮੀ ਬਣਦਾ ਤੇ ਮੇਰੀ ਭੈਣ ਮੇਰੇ ਤੋਂ 5 ਸਾਲ ਪਹਿਲਾਂ ਜਨਮ ਲਿਆ ਉਹਨੇ, ਤੇ ਉਹਨੂੰ ਵੀ ਜਨੇਊ ਪਾ ਦਿਓ ਤਾਂ ਕਿ ਉਹ ਵੀ ਧਰਮੀ ਬਣ ਜਾਏ। ਤੇ ਉਸ ਵੇਲੇ ਪੰਡਤ ਹਰਦਿਆਲ ਨੇ ਕੀ ਕਿਹਾ, ਇਹ ਜਨੇਊ ਔਰਤ ਧਾਰਨ ਨਹੀਂ ਕਰ ਸਕਦੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਸਾਨੂੰ ਤੇ ਭੈਣ ਭਰਾਵਾਂ ਨੂੰ ਐਂ ਲੱਗਦਾ ਵੀ ਅਸੀਂ ਜਿਵੇਂ ਇੱਕੋ ਮਾਂ ਦੇ ਜਿਗਰ ਦੇ ਟੁਕੜੇ ਆ, ਤੇ ਤੁਸੀਂ ਕਹਿੰਦੇ ਹੋ ਇਹ ਜਨੇਊ ਪਾ ਨਹੀਂ ਸਕਦੀ। ਤੇ ਜਿਹੜਾ ਜਨੇਊ ਸਾਨੂੰ ਇੱਕ ਮਾਂ ਦੀ ਕੁੱਖੋਂ ਜੰਮਿਆਂ ਨੂੰ ਅਲੱਗ ਕਰਦਾ ਹੈ ਨਾ, ਦੁਆਈ ਰੱਬ ਦੀ ਮੇਰੇ ਘਰੇ ਧਾਗਾ ਨਾ ਪਾਈ ਕਿਸੇ। ਅਸੀਂ ਕੁੱਖੋਂ ਜੰਮ ਕੇ ਇਕੱਠੇ ਹੋਏ ਤੇ ਤੂੰ ਧਾਗਾ ਲੈ ਕੇ ਆ ਗਿਆ ਵੀ ਅੱਡ ਕਰਨਾ। ਜਿਹੜੀ ਗੱਲ ਕੁਦਰਤ ਨੂੰ ਪ੍ਰਵਾਨ ਹੈ ਤੇ ਤੈਨੂੰ ਉਹ ਪ੍ਰਵਾਨ ਨਹੀਂ, ਇਸ ਕਰਕੇ ਮੈਨੂੰ ਨਹੀਂ ਚਾਹੀਦਾ। ਪੰਡਤ ਨੇ ਇੱਕ ਦਲੀਲ ਦਿੱਤੀ। ਉਹ ਕਹਿੰਦਾ ਜੀ ਇਹ ਜਨੇਊ ਔਰਤ ਇਸ ਕਰਕੇ ਨਹੀਂ ਪਾ ਸਕਦੀ ਕਿਉਂਕਿ ਔਰਤ ਅਪਵਿੱਤਰ ਹੁੰਦੀ ਹੈ। ਮੇਰੀ ਉਹ ਭੈਣਾਂ ਧਿਆਨ ਦਿਓ, ਔਰਤ ਅਪਵਿੱਤਰ ਹੁੰਦੀ ਹੈ। ਇਹ ਭਾਰਤ ਦੀ ਸੰਸਕ੍ਰਿਤੀ ਵਿੱਚ ਅੱਜ ਵੀ ਹੈ, ਇਹ ਨਹੀਂ ਵੀ ਨਿਕਲ ਗਿਆ ਅੱਜ। ਇਸੇ ਕਰਕੇ ਪੁੱਤਰ ਤੇ ਧੀ ਵਿੱਚ ਅਜੇ ਵੀ ਫਰਕ ਹੈ। ਤੁਸੀਂ ਵੇਖੋ, ਧੀਆਂ ਨਾਲ ਅੰਸ ਬੰਸ ਚੱਲਣਾ ਨਹੀਂ ਮੰਨਦਾ ਸਾਡਾ ਸਮਾਜ। ਅੰਸ ਬੰਸ ਅਸੀਂ ਪੁੱਤਰਾਂ ਨਾਲ ਹੀ ਮੰਨਦੇ ਹਾਂ। ਤੇ ਪੁੱਤਰ ਸ਼ਬਦ ਹੀ ਅਸਲ ਵਿੱਚ ਉਸ ਸੰਸਕ੍ਰਿਤੀ ਵਿੱਚ ਆਇਆ ਪੁੱਤਰ। ਇੱਕ ਭਿਆਨਕ ਨਰਕ ਹੈ ਅੱਗੇ ਜਿਹਦੇ ਵਿੱਚ ਉਹ ਸਿਰਫ ਪੁੱਤਰ ਹੀ ਤਾਰ ਸਕਦਾ ਹੈ। ਇਸ ਕਰਕੇ ਉਹਦਾ ਨਾਮ ਪੁੱਤਰ ਹੈ, ਧੀ ਨਹੀਂ ਤਾਰ ਸਕਦੀ। ਇਹ ਉਸ ਸਭਿਅਤਾ ਨੇ ਦਿੱਤਾ ਜਿਹੜੀ ਸਭਿਅਤਾ ਕਹਿੰਦੀ ਹੈ ਸਿੱਖਾਂ ਦਾ ਵੱਖਰਾ ਕੈਲੰਡਰ ਨਹੀਂ ਹੋਣਾ ਚਾਹੀਦਾ। ਤੇ ਸਾਡੇ ਵੱਡੇ ਵੱਡੇ ਆਪਣੇ ਆਪ ਨੂੰ ਬ੍ਰਹਮ ਗਿਆਤਾ ਕਹਿਣ ਵਾਲੇ ਕਹਿੰਦੇ ਨੇ ਵੇਖੋ ਜੀ ਅਸੀਂ ਕੈਲੰਡਰ ਤੇ ਨਾਨਕਸ਼ਾਹੀ ਮੰਨਦੇ ਆ ਨਾ, ਤੁਸੀਂ ਨਾਨਕਸ਼ਾਹੀ ਰੱਖਿਆ। ਧਿਆਨ ਨਾਲ, ਜਿਵੇਂ ਪਿੱਛੇ ਕਿਹਾ ਸੀ, ਪਿੱਛੇ ਨਾਮ ਗੁਰੂ ਦਾ ਵਰਤ ਲਿਆ, ਗੱਲ ਆਪਣੀ ਸਾਂਝੀ ਕਰ ਲਈ ਵਿੱਚ। ਅਸੀਂ ਨਾਨਕ ਜੀ ਨਾਲ ਪਿਆਰ ਕਰਦੇ ਆ, ਇਸ ਕਰਕੇ ਨਾਨਕ ਜੀ ਦੇ ਨਾਂ ਤੇ ਸਾਨੂੰ ਪ੍ਰਵਾਨ ਹੈ। ਹੁਣ ਉਸ ਵੇਲੇ ਉਹ ਕਹਿਣ ਲੱਗਾ ਵੀ ਇਹ ਅਪਵਿੱਤਰ ਹੁੰਦੀ ਹੈ। ਤੇ ਮੇਰੇ ਬਾਬੇ ਨੇ ਬੜੇ ਸਹਿਜ ਸੁਭਾਏ ਕਿਹਾ, ਪੰਡਤ ਜੀ ਜਿਹੜੀ ਮਾਂ ਦੀ ਕੁੱਖੋਂ ਜੰਮ ਕੇ ਤੂੰ ਪਵਿੱਤਰ ਹੋਇਆ ਹੈ, ਜੇ ਤੈਨੂੰ ਜੰਮਣ ਵਾਲੀ ਅਪਵਿੱਤਰ ਹੈ ਨਾ, ਫਿਰ ਤੂੰ ਪਵਿੱਤਰ ਨਹੀਂ ਹੋ ਸਕਦਾ। ਜਾ ਕੇ ਆਪਣਾ ਧਾਗਾ ਆਪਣੇ ਘਰ ਲੈ ਜਾ, ਮੈਨੂੰ ਨਹੀਂ ਚਾਹੀਦਾ। ਤੇ ਤੁਹਾਨੂੰ ਕੀ ਲੱਗਦਾ ਪੰਡਤ 60 ਸਾਲਾਂ ਦਾ ਬੰਦਾ 7-9 ਸਾਲਾਂ ਦੇ ਬੱਚੇ ਤੋਂ ਇਹ ਗੱਲ ਸੁਣ ਕੇ ਚੁੱਪ ਕਰਕੇ ਚਲਾ ਗਿਆ ਹੋਣਾ? ਅੱਜ ਜਾਂਦੇ ਹਾਂ ਅਸੀਂ ਕਿਤੇ ਏਦਾਂ, ਉਹਨੂੰ ਵੀ ਗੁੱਸਾ ਆਇਆ ਹੋਣਾ, ਉਹ ਵੀ ਕਲਪਿਆ ਹੋਏਗਾ, ਪਰ ਉਹਨੂੰ ਪਤਾ ਸੀ ਵੀ ਇਹਦੇ ਗਾੜੀ ਸਾਡੀ ਦਲੀਲ ਹੁਣ ਚੱਲਣੀ ਨਹੀਂ। ਬਾਬੇ ਨੇ ਇੱਕ ਗੱਲ ਹੋਰ ਵੀ ਕਹੀ,
पंडित जी मैं जनेऊ तो पा लेंदा, पर जे किते कई बंदे कहते ने गुरु नानक साहब जी जनेऊ के विरोधी ने। ना 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 ना, इंटरप्रटेशन गलत है। बाबा जनेऊ का विरोधी कितने? बाबा तो कहता भैन नूं पाओ, जे विरोधी होंगे फिर भैन नूं पाउण लई क्यों कहिंदे? तुसीं वेखो ना, बाबा कहता पा दिओ। ਇਹਦਾ मतलब है ਜਿਹੜਾ ਉਹ धागा पा रहा सी ना, वो संसार ਲਈ ठीक नहीं सी, वो परिवार ਲਈ ठीक नहीं, वो रिश्तिਆਂ ਲਈ ठीक नहीं। ਤੇ ਬਾਬੇ ਨੇ ਉਸ ਬਿਮਾਰੀ ਦਾ ਖੰਡਨ ਕੀਤਾ। ਤੇ ਜੇ ਉਸ ਧਾਗੇ ਵਿੱਚ ਕੋਈ ਸੱਚੀ ਮੁੱਚੀ ਸੰਸਾਰ ਨੂੰ ਇੱਕ ਕਲਾਵੇ 'ਚ ਲੈਣ ਦੀ ਗੱਲ ਹੁੰਦੀ ਤੇ ਬਾਬੇ ਨੇ ਕਿਹਾ ਨਹੀਂ ਬਾਣੀ 'ਚ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੇ ਨਾ ਜਾਏ, ਇਹ ਟੁੱਟਦਾ ਨਹੀਂ, ਇਹਨੂੰ ਮੈਲ ਨਹੀਂ ਲੱਗਦੀ, ਤੇ ਤੂੰ ਤੇ ਮੈਲ ਰੱਖ ਕੇ ਪਾ ਰਿਹਾ ਜਨੇਊ। ਇਹ ਜਿਹੜਾ ਪਹਿਲਾਂ ਹੀ ਇਹ ਤਿਆਰੀ ਕਰਕੇ ਵੀ ਇਹਦੇ 'ਚ ਮੈਲ ਹੈ, ਤੇ ਇਹ ਮੈਲ ਕਹਿ ਰਹੀ ਹੈ ਵੀ ਔਰਤ ਪਵਿੱਤਰ ਹੁੰਦੀ ਹੈ। ਹੁਣ ਵਕਤ ਨਹੀਂ ਇੰਨਾ ਮੇਰੇ ਕੋਲ, ਸਮਝਿਓ ਇਹਨਾਂ ਚੀਜ਼ਾਂ ਨੂੰ ਧਿਆਨ ਨਾਲ। ਆਸਾ ਕੀ ਵਾਰ ਦਾ ਕੀਰਤਨ ਹੁੰਦਾ, ਇੱਕ ਬੇਨਤੀ ਕਰਦੇ ਆ ਤੁਹਾਨੂੰ, ਜਿਹਦੇ ਵਿੱਚ ਇਹ ਬਾਣੀ ਦੀਆਂ ਪੰਕਤੀਆਂ, ਹੋਰ ਵੀ ਬਹੁਤ ਸਾਰੀਆਂ ਪੰਕਤੀਆਂ, ਬੜੀਆਂ ਚੀਜ਼ਾਂ ਸਪਸ਼ਟ ਹੁੰਦੀਆਂ ਨੇ ਉਸ ਆਸਾ ਕੀ ਵਾਰ ਵਿੱਚ। ਪਰ ਕੀ ਕੀਤਾ ਜਾਏ, ਸਿੱਖ ਦੇ ਸੁੱਤੇ ਆਸਾ ਦੀ ਵਾਰ ਲੰਘ ਜਾਂਦੀ ਹੈ। ਜਦੋਂ ਸਾਡੇ ਘਰ ਆਸਾ ਦੀ ਵਾਰ ਦਾ ਕੀਰਤਨ ਲੱਗਦਾ ਹੈ ਨਾ, ਤੇ ਕਈ ਬੰਦੇ ਉੱਠ ਕੇ ਲਾ ਦਿੰਦੇ ਨੇ ਇੱਕ ਵਾਰ, ਤੇ ਉਸ ਤੋਂ ਬਾਅਦ ਫਿਰ ਚਾਦਰ ਤਾਣ ਲੈਂਦੇ ਨੇ। ਫਿਰ ਉੱਠ ਕੇ ਬਰਸ਼ ਉਦੋਂ ਕਰਦੇ ਨੇ ਜਦੋਂ ਪਤਾ ਲੱਗਦਾ ਵੀ ਅਰਦਾਸ ਹੋਣ ਵਾਲੀ, ਹੋਣ ਤੇ ਹੁਕਮਨਾਮਾ ਵੀ ਆਉਣ ਵਾਲਾ। ਤੇ ਕੀ ਜਾਣਨ ਕਦੋਂ ਪੜਿਆ ਗਿਆ ਅੰਤਰ ਪੂਜਾ, ਬੜੇ ਕਤੇਬਾਂ ਸੰਜਮ ਤੁਰਕਾ ਭਾਈ। ਇਹ ਕੀ ਜਾਣਨ ਕਦੋਂ ਇਹ ਪੜਿਆ ਗਿਆ, ਕਿਹੜੇ ਵੇਲੇ ਗੁਰੂ ਸਾਹਿਬ ਜੀ ਨੇ ਇਹ ਪੜਿਆ। ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਂ ਵੇਖੋ ਜਗਤ ਦਾ, ਜ਼ਹਿਰ ਬੀਜ ਕੇ ਤੇ ਅੰਮ੍ਰਿਤ ਲੱਭ ਰਿਹਾ। ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋਣ ਦਾ ਦਾਅਵਾ ਕਰ ਰਹੇ ਨੇ ਨਾ, ਉਹ ਗੁਰੂ ਦੀ ਹਜ਼ੂਰੀ 'ਚ ਕਹਿ ਰਹੇ ਨੇ ਇਹਦੇ ਨਾਲ ਨਾ ਜੁੜ ਜਾਇਓ, ਕਿਸੇ ਹੋਰ ਨਾਲ ਜੁੜਿਓ। ਕਮਾਲ ਹੈ ਵੀ ਨਾਲੇ ਤੁਸੀਂ ਇਹ ਦਾਅਵਾ, ਸਿੱਖ ਕਿਹੜਾ ਗੁਰਦੁਆਰਾ ਹੈ ਸਿੱਖਾਂ ਦਾ ਪੂਰੀ ਦੁਨੀਆ ਦੇ ਅੰਦਰ ਜਿੱਥੇ 2 ਵਕਤ ਹੱਥ ਜੋੜ ਕੇ ਗੁਰੂ ਦੀ ਹਜ਼ੂਰੀ ਵਿੱਚ ਸਿੱਖ ਨਹੀਂ ਕਹਿੰਦਾ ਸਭ ਸਿੱਖਣ ਕੋ ਹੁਕਮ ਹੈ। ਬੋਲੋ ਗੱਜ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਹਾਜ਼ਰ ਨਾਜ਼ਰ ਗੁਰੂ ਹੈ ਸਾਡੇ ਕੋਲ। ਅਸੀਂ ਕਹਿੰਦੇ ਆ ਨਹੀਂ ਤੇਰੇ ਲਾਗੇ ਬਾਵਾਂਗੇ, ਪਰ ਗੱਲ ਕਿਸੇ ਹੋਰ ਦੀ ਕਰਾਂਗੇ। ਕਮਾਲ ਹੈ, ਕਿਹਦੇ ਇਸ਼ਾਰਿਆਂ ਤੇ ਚੱਲਦਾ ਹੈ ਤੂੰ? ਕਿਹੜਾ ਬੰਦਾ ਤੇਰੇ ਪਿੱਛੇ ਚੱਲਦਾ ਹੈ? ਸਮਝਣ ਵਾਲੀ ਗੱਲ ਹੈ। ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਨੇ 1708 ਨਦੇੜ ਦੀ ਧਰਤੀ ਤੇ ਜਿੱਦਣ ਜੋਤੀ ਜੋਤ ਸਮਾਉਣ ਲੱਗੇ ਤੇ ਸਿੱਖਾਂ ਨੇ ਇੱਕ ਸਵਾਲ ਕੀਤਾ ਕਲਗੀਧਰ ਪਾਤਸ਼ਾਹ ਜੀ ਨੂੰ, ਮਹਾਰਾਜ ਕਿਹਦੇ ਲੜ ਲਾ ਚੱਲੇ ਹੋ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਗ੍ਰੰਥ ਦੇ। ਤੇ ਉਹ ਗ੍ਰੰਥ ਕਿਹੜਾ ਸੀ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਮਹਾਰਾਜ ਸਿੱਖਾਂ ਨੇ ਫਿਰ ਸਵਾਲ ਕੀਤਾ, ਸੱਚੇ ਪਾਤਸ਼ਾਹ ਜੀ ਗ੍ਰੰਥ ਵਿੱਚੋਂ ਤੇ ਤੁਹਾਡੀ ਸੁਰਤ ਦੇ ਹੀ ਦੀਦਾਰ ਹੋਣਗੇ ਨਾ, ਤੁਹਾਡੀ ਆਤਮਾ ਦੇ ਦੀਦਾਰ ਹੋਣਗੇ। ਗੁਰੂ ਗ੍ਰੰਥ ਸਾਹਿਬ ਚੋਂ ਕਲਗੀਧਰ ਪਾਤਸ਼ਾਹ ਜੀ ਦੇ ਆਤਮਾ ਦੇ ਦੀਦਾਰ ਹੋ ਸਕਦੇ ਨੇ। ਸਿੱਖਾਂ ਨੇ ਫਿਰ ਸਵਾਲ ਕੀਤਾ, ਮਹਾਰਾਜ ਆਤਮਾ ਦੇ ਦੀਦਾਰ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋ ਜਾਣਗੇ, ਤੇ ਜੇ ਤੁਹਾਡਾ ਸਰੀਰ ਵੇਖਣਾ ਹੋਇਆ, ਸਾਡੇ ਮਨ ਵਿੱਚ ਏਦਾਂ ਤਾਂਘ ਹੋਈ ਵੀ ਕਲਗੀਆਂ ਵਾਲੇ ਦਾ ਸਰੀਰ ਵੇਖਣਾ, ਤੇ ਬਾਪੂ ਨੇ ਕੀ ਕਿਹਾ ਸੀ? ਆਤਮਾ ਗ੍ਰੰਥ ਵਿੱਚ ਤੇ ਸਰੀਰ ਕਿਹਦੇ ਚੋਂ ਵਿਖਾਵਾਂਗੇ? ਹੁਣ ਤੁਸੀਂ ਤੇ ਖਤਮ ਕਰ ਲਿਆ ਸਾਰਾ ਕੁਝ। ਬਾਂਹ ਖੜੀ ਕਰਕੇ ਕੋਈ ਇੱਕ ਬੰਦਾ ਪੈਦਾ ਕਰ ਸਕੋ ਐਸਾ ਜਿਹਦੇ ਚ ਕਹਿ ਸਕੋ ਵੀ ਇਹਦੇ ਚ ਵੇਖ ਲਓ ਕਲਗੀਆਂ ਵਾਲਾ। ਇਹਦਾ ਮਤਲਬ ਮੰਨ ਲਈ ਹੈ ਨਾ, ਅਸੀਂ ਪੰਥ ਦੇ ਪੱਲੇ ਨਹੀਂ ਛੱਡਿਆ ਕੁਛ ਵੀ। ਕਿਉਂ ਨਹੀਂ ਛੱਡਿਆ? ਕਿਉਂਕਿ ਗ੍ਰੰਥ ਦੀ ਪਵਿੱਤਰ ਵਿਚਾਰਧਾਰਾ ਮੁਕਾਤੀ ਤੁਹਾਡੇ ਚੋਂ ਅਗਲਿਆਂ ਨੇ। ਨਫ਼ਰਤ, ਸਾੜਾ, ਈਰਖਾ, ਜ਼ਹਿਰ, ਜੈਲਸੀ ਇੰਨੀ ਭਰੀ ਪਈ ਹੈ ਸਾਡੇ ਅੰਦਰ, ਕੋਈ ਕਿਸੇ ਦੀ ਸੁਣ ਕੇ ਰਾਜੀ ਨਹੀਂ ਹੈ। ਤੇ ਸੱਚ ਜਾਣਿਓ ਇਹੀ ਹਾਲਾਤ ਸਨ ਬਾਬੇ ਨਾਨਕ ਜੀ ਦੇ ਜਨਮ ਵੇਲੇ, ਜਿਹੜੇ ਭਾਈ ਗੁਰਦਾਸ ਜੀ ਨੇ ਲਿਖੇ ਨੇ। ਕੋਈ ਕਿਸੇ ਨਾ ਵਰਜਈ ਸੋਈ ਕਰੇ ਜੋਈ ਮਨ ਭਾਵੈ। ਕੋਈ ਕਿਸੇ ਨੂੰ ਵਰਜਣ ਵਾਲਾ ਨਹੀਂ, ਜਿਹਦੇ ਜੋ ਮਨ ਆਉਂਦਾ ਆਪਣੀ ਕਰਦਾ।
ਆਪੋ ਤਾਪੀ ਹੋਏ ਕਿ ਨਿਆਰੇ ਨਿਆਰੇ ਧਰਮ ਚਲਾਏ। ਤੇ ਅੱਜ ਨਿਆਰੀਆਂ ਨਿਆਰੀਆਂ ਮਰਿਆਦਾਵਾਂ ਨੇ, ਨਿਆਰੇ ਨਿਆਰੇ ਕੈਲੰਡਰ ਨੇ, ਤੇ ਨਾਲੇ ਸਿੱਖ ਕਹੀ ਜਾਂਦੇ ਨਿਆਰੇ। ਤੇਰੇ ਝਗੜੇ ਪੈਦਾ ਕਿਉਂ ਹੋਏ? ਮੇਰੇ ਤੋਂ ਪਹਿਲਾਂ ਵੀਰ ਸਤਵਿੰਦਰ ਸਿੰਘ ਜੀ ਤੁਹਾਨੂੰ ਬੇਨਤੀ ਕਰ ਰਹੇ ਸਨ ਵੀ ਤੁਸੀਂ 9 ਜਨਵਰੀ ਨੂੰ ਵੀ ਮਨਾਇਆ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਤੇ ਤੁਸੀਂ 29 ਦਸੰਬਰ ਨੂੰ ਵੀ ਮਨਾਉਣਾ। ਇਹਦਾ ਮਤਲਬ 2022 ਵਿੱਚ ਤੁਸੀਂ 2 ਵਾਰ ਮਨਾਉਣਾ, ਤੇ 2023 ਵਿੱਚ 1 ਵਾਰ ਵੀ ਨਹੀਂ ਮਨਾਉਣਾ। ਜੇ ਬਹੁਤੀ ਗੱਲ ਨਹੀਂ ਵੀ ਸਮਝ ਆਉਂਦੀ, ਬਹੁਤਾ ਕੈਲੰਡਰ ਬਾਰੇ ਹਰ ਬੰਦਾ ਹਰ ਵਿਸ਼ੇ ਦੀ ਜਾਣਕਾਰੀ ਰੱਖਦਾ ਹੋਵੇ, ਗੱਲ ਜ਼ਰੂਰੀ ਨਹੀਂ ਹੈ, ਪਰ ਇੰਨੀ ਤਾਂ ਸਮਝ ਆਉਂਦੀ ਹੈ ਨਾ। ਅੱਛਾ ਤੁਸੀਂ ਵੇਖੋ, ਜਦੋਂ 1 ਸਾਲ 'ਚ 2 ਵਾਰ ਮਨਾਇਆ ਜਾਏਗਾ ਤੇ 1 ਸਾਲ ਨਹੀਂ ਮਨਾਇਆ ਜਾਏਗਾ, ਜੇ ਤੁਹਾਡੇ ਬੱਚਿਆਂ ਨੇ ਪੁੱਛਿਆ ਵੀ ਇਹ ਕਿੱਦਾਂ ਦਾ ਤਰੀਕਾ ਹੈ ਤੁਹਾਡਾ ਵੀ 1 ਸਾਲ ਤੇ ਗੁਰੂ ਸਾਹਿਬ ਜੀ 2 ਵਾਰ ਜਨਮ ਲੈਂਦੇ ਨੇ, 1 ਸਾਲ ਲੈਂਦੇ ਹੀ ਨਹੀਂ। ਨਾਲੇ ਇੱਕ ਦੁਹਾਈ ਆਪਾਂ ਹੋਰ ਦਿੰਦੇ ਹਾਂ, ਤੁਸੀਂ ਸਾਰੇ ਅਸੀਂ ਪ੍ਰਚਾਰਕ ਹੋਏ ਕਹਿੰਦੇ ਆਪਣੇ ਗੁਰੂਆਂ ਦਾ ਇਤਿਹਾਸ ਯਾਦ ਕਰੋ। ਹੁਣ ਕਿਹੜਾ ਇਤਿਹਾਸ ਕਰਨ? 9 ਜਨਵਰੀ ਵਾਲਾ ਕਰਨ ਕਿ 29 ਦਸੰਬਰ ਵਾਲਾ ਕਰਨ? ਇਹ ਵੀ ਤਾਂ ਸਾਨੂੰ ਸਪਸ਼ਟ ਕਰਨਾ ਪਏਗਾ ਨਾ। ਮੰਨ ਲਓ ਤੁਹਾਡਾ ਬੱਚਾ ਕਿਸੇ IPS ਦੇ ਅਹੁਦੇ ਤੇ ਚਲਾ ਗਿਆ, ਧਿਆਨ ਨਾਲ ਸਮਝਿਓ ਗੱਲ, ਅਗਲੇ ਲਿਆਉਣਾ ਕਿੱਥੇ ਚਾਹੁੰਦੇ ਨੇ। ਤੁਹਾਡਾ ਬੱਚਾ ਕਿਸੇ IPS ਦੇ ਜਾਂ ਕਿਤੇ ਬਹੁਤ ਵੱਡੇ ਰਿਜ਼ਲਟ ਤੇ ਹੈ, ਤੇ ਤੁਹਾਡੇ ਬੱਚੇ ਨੂੰ ਅਖੀਰਲਾ ਸਵਾਲ ਇਹੀ ਪੁੱਛ ਲਿਆ ਵੀ ਚੱਲ ਬੱਚਾ ਜੇ ਤੂੰ ਇਹਦਾ ਸਵਾਲ ਦਾ ਜਵਾਬ ਦੇ ਦੇ ਤੈਨੂੰ ਪਾਸ ਕਰ ਦਿਆਂਗੇ ਜਾਂ ਫੇਲ ਕਰ ਦਿਆਂਗੇ। ਤੂੰ ਇਹ ਪੁੱਛ ਲੈਣ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ, ਕਿਹੜੀ ਤਰੀਕ ਦੱਸੇ ਹੁਣ। ਜੇ ਉਹ ਦੱਸੇਗਾ 29, ਅਗਲਿਆਂ ਦੀ ਮਰਜ਼ੀ ਹੈ, ਪਾਸ ਕਰਨਾ ਹੋਇਆ ਤੇ ਕਰ ਦੇਣਗੇ, ਨਹੀਂ ਤੇ ਕਹਿਣਗੇ ਨਹੀਂ ਭਾਈ 9 ਹੈ। ਤੁਸੀਂ ਕਲੇਮ ਤਾਂ ਨਹੀਂ ਨਾ ਕਰ ਸਕਦੇ ਵੀ ਸਾਨੂੰ ਰੌਂਗ ਕਿਉਂ ਸਾਬਤ ਕਰਤਾ ਤੁਸੀਂ, ਅਸੀਂ ਤਾਂ ਠੀਕ ਜਵਾਬ ਦਿੱਤਾ। ਜੇ ਤੁਹਾਡੇ ਬੱਚੇ ਨੇ ਕਿਹਾ 9 ਹੈ ਤੇ ਅਗਲੇ ਕਹਿਣਗੇ ਨਹੀਂ 29 ਹੈ, ਤਾਂ ਤੁਸੀਂ ਕਲੇਮ ਕਰੋਗੇ, ਅਗਲੇ ਤੁਹਾਡੇ ਸਾਹਮਣੇ ਕੈਲੰਡਰ ਰੱਖ ਦੇਣਗੇ ਵੀ ਆਹ ਚੁੱਕੋ 2009 ਦਾ, 2009 'ਚ ਜਿਹੜਾ ਤੁਹਾਡੇ ਅਕਾਲ ਤਖਤ ਤੋਂ ਅਰਦਾਸ ਕਰਕੇ ਸ਼ੁਰੂ ਕੈਲੰਡਰ ਕੀਤਾ ਹੈ, ਇਹਦੇ 'ਚ ਲਿਖਿਆ ਵੀ ਗੁਰੂ ਸਾਹਿਬ ਜੀ ਦਾ ਇੰਨੀ ਤਰੀਕ ਨੂੰ ਵੀ ਜਨਮ ਹੋਇਆ ਤੇ ਇੰਨੀ ਨੂੰ ਵੀ ਹੋਇਆ। ਫਿਰ ਪਾਈ ਜਾਇਓ ਰੌਲਾ, ਵਿਲਕੀ ਜਾਇਓ ਫਿਰ, ਕਿਉਂਕਿ ਸਿੱਖ ਹਮੇਸ਼ਾ ਵਕਤ ਲੰਘਣ ਤੋਂ ਬਾਅਦ ਜਾਗਦਾ। ਜਿੰਨਾ ਇਕੱਠ ਵੀਰ ਸੰਦੀਪ ਸਿੰਘ ਦੀਪ ਸਿੱਧੂ ਦੇ ਭੋਗ ਤੇ ਹੋਇਆ ਨਾ, ਜੇ ਕਿਤੇ ਇੰਨੀ ਕੌਮ ਪਹਿਲਾਂ ਨਾਲ ਖਲੋ ਜਾਂਦੀ ਤੇ ਸ਼ਾਇਦ ਕੁਝ ਹੋਰ ਹੀ ਦੇਣ ਹੁੰਦੇ, ਪਰ ਨਹੀਂ ਖਲੋਂਦੇ ਸਾਡੇ ਬੰਦੇ। ਬਾਬਾ ਜਰਨੈਲ ਸਿੰਘ ਜਿਉਂਦਿਆਂ ਚੰਗਾ ਲੱਗਦਾ ਸੀ? ਨਹੀਂ ਲੱਗਦਾ ਸੀ। ਹੁਣ ਹੀ ਘਰਾਂ 'ਚ ਫੋਟੋਆਂ ਜਿਉਂਦਿਆਂ ਤੇ ਅਗਲਿਆਂ ਸਿੱਖਾਂ ਦੇ ਮੂੰਹੋਂ ਕਢਾਤਾ ਵੀ ਇਹ ਸਰਕਾਰ ਦੇ ਇਸ਼ਾਰਿਆਂ ਤੇ ਚੱਲਦਾ। ਸਿੱਖਾਂ 'ਚ ਰਹਿ ਪੈਦਾ ਕਰਤੀ ਅਗਲਿਆਂ ਨੇ, ਇੱਕ ਨੈਰੇਟਿਵ ਸੈੱਟ ਕਰਤਾ ਤੇ ਮੰਨ ਲਿਆ ਬਹੁਤੇ ਬੰਦਿਆਂ ਨੇ। ਕਿਉਂ? ਅਸੀਂ ਵਕਤ, ਹਾਲਾਂਕਿ ਬਾਣੀ ਕਹਿੰਦੀ ਹੈ ਅੱਗੋਂ ਦੇ ਜੇ ਚੇਤੀਐ ਤਾਂ ਕਾਇਦ ਮਿਲੇ ਸਜਾਏ। ਬਾਣੀ 'ਚ ਲਿਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਦੇ ਲੰਮੀ ਨਜ਼ਰ ਨਿਹਾਲੀ ਹੈ, ਬਦਕਿਸਮਤੀ ਮੇਰੀ ਕੌਮ ਦੀ, ਅਸੀਂ ਵਕਤ ਲੰਘਣ ਤੋਂ ਹੀ 25-30 ਸਾਲ ਬਾਅਦ ਜਾਗਦੇ ਹਾਂ ਵੀ ਸਾਡੇ ਨਾਲ ਐਂ ਹੋਇਆ ਸੀ ਕਦੇ। ਹੁਣ ਅਸੀਂ ਕਹਿੰਦੇ ਹਾਂ ਸਾਡੇ ਨਾਲ 47 'ਚ ਐਂ ਹੋਇਆ, ਪਰ ਕੌਮ 47 'ਚ ਇਕੱਠੀ ਹੋ ਸਕਦੀ ਸੀ? ਅੱਜ 21ਵੀਂ ਸਦੀ 'ਚ ਇਕੱਠੇ ਨਹੀਂ ਹੁੰਦੇ ਤੁਸੀਂ। ਨਾ ਕਿਸੇ ਮੁੱਦੇ ਤੇ ਵੀ ਗੱਲ ਕਰ ਲਓ, ਨਾਨਕਸ਼ਾਹੀ ਮੁੱਦੇ ਤੇ ਗੱਲ ਕਰ ਲਓ, ਕਿਸੇ ਮਸਲੇ ਤੇ ਗੱਲ ਕਰ ਲਓ, ਅਸੀਂ ਇਕੱਠੇ ਕਿੱਥੇ? ਅਸੀਂ ਵਿਚਾਰਨ ਜੋਗੇ ਨਹੀਂ ਰਹੇ, ਅਸੀਂ ਸੰਵਾਦ ਨਹੀਂ ਕਰਦੇ, ਅਸੀਂ ਚਰਚਾ ਨਹੀਂ ਕਰਦੇ, ਅਸੀਂ ਕੀਰਤਨ ਕਰਾਉਂਦੇ ਹਾਂ, ਕਥਾ ਕਰਾਉਂਦੇ ਹਾਂ। ਸਾਡੇ ਵਾਲੇ ਬੰਦਿਆਂ ਦਾ ਪ੍ਰੋਫੈਸ਼ਨਲ ਕੰਮ ਹੈ, ਉਹ ਹਰ ਤਰ੍ਹਾਂ ਦੇ। ਕਈ ਬੰਦੇ ਪਤਾ ਕੈਲੰਡਰ ਦੇ ਮਸਲੇ 'ਚ ਕੀ ਕਹਿੰਦੇ? ਚੰਗਾ ਹੋਇਆ ਦੋਵੇਂ ਲਾਗੂ ਹੋਣੇ ਚਾਹੀਦੇ ਨੇ, 2 ਗੁਰਪੁਰਬ ਆਉਂਦੇ ਨੇ। ਨਾਨਕਸ਼ਾਹੀ ਵਾਲਿਆਂ ਤੋਂ ਵੀ ਭੇਟਾ ਲੈ ਆਈਦੀ ਹੈ ਤੇ ਦੂਜਿਆਂ ਤੋਂ ਵੀ ਲੈ ਆਈਦੀ, ਆਪਣੇ ਤਾਂ ਨਜ਼ਾਰੇ ਨੇ। ਜਿੱਥੇ ਇਸ ਮਾਨਸਿਕਤਾ ਦੇ ਬੰਦੇ ਕੌਮ ਦੀ ਅਗਵਾਈ ਕਰ ਰਹੇ ਹੋਣਗੇ, ਜਿੱਥੇ ਇਹ ਮਾਨਸਿਕਤਾ ਹੋਏ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ ਸਿਰਫ ਇੱਕ ਐਜੂਕੇਸ਼ਨ ਸਿਸਟਮ ਨਾਲ ਸੰਬੰਧਿਤ, ਵੀ ਜੇ ਅਗਲਿਆਂ ਨੇ ਤੁਹਾਨੂੰ ਕੱਲ ਨੂੰ ਰੌਂਗ ਸਥਾਪਿਤ ਕਰਨਾ ਹੋਇਆ, ਉਹ 9 ਨਾਲ ਵੀ ਰੌਂਗ ਕਰ ਦੇਣਗੇ ਤੇ ਉਹ 29 ਨਾਲ ਵੀ ਰੌਂਗ ਸਥਾਪਿਤ ਕਰ ਦੇਣਗੇ। ਤੁਸੀਂ ਵਿਲਕ ਕੇ ਮਰ ਦਿਓ, ਤੁਸੀਂ ਠੀਕ ਨਹੀਂ ਸਾਬਤ ਕਰ ਸਕਦੇ ਆਪਣੇ ਆਪ। ਕੁਝ ਚੀਜ਼ਾਂ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਪੜ੍ਹਿਆ ਲਿਖ, ਤੁਹਾਡੇ 'ਚ ਬਹੁਤ ਸਾਰੇ ਪੜ੍ਹੇ ਲਿਖੇ ਇੰਟੈਲੀਜੈਂਟ ਵੀਰ ਭੈਣਾਂ ਬੈਠੇ ਹੋ,
ਵਕਤ ਕਿਉਂ ਨਹੀਂ ਦਿੰਦੇ? ਤੁਸੀਂ ਕਹਿੰਦੇ ਹੋ ਸਾਨੂੰ ਬਣਿਆ ਬਣਾਇਆ ਸਾਲ ਰਾਜ ਕਰੇਗਾ ਖਾਲਸਾ। ਕਿੱਥੋਂ ਆਏਗਾ ਖਾਲਸਾ ਰਾਜ ਕਰਨ? ਵੀ ਕੌਣ ਖਾਲਸੇ ਰਾਜ ਦੀਆਂ ਨੀਹਾਂ ਪੱਕੀਆਂ ਕਰੇਗਾ? ਕਿੱਥੋਂ ਸਮਾਦ ਰਚਿਆ ਜਾਏਗਾ? ਸਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਲਿਖਿਆ, ਕਬੀਰ ਇੱਕ ਘੜੀ ਆਧੀ ਹੋ ਤੇ ਆਦ ਭਗਤਨ ਸੇਤੀ ਗੋਸ਼ਟੇ। ਰੱਬ ਦੇ ਪਿਆਰਿਆਂ ਦੀ ਗੋਸ਼ਟੀ ਕਰੀਦੀ ਹੈ, ਚਰਚਾ ਕਰੀਦੀ ਹੈ, ਪਰ ਨਾ ਗੋਸ਼ਟੀ ਕਰ ਲਈ ਰਾਜੀ ਕੌਣ ਹੈ ਇੱਥੇ? ਸਿੱਖ ਬਾਣੀ ਦੇ ਵਿੱਚੋਂ ਸਾਡੀ ਫੇਵਰੇਟ ਬਾਣੀ ਹੈ ਸੁਖਮਨੀ ਸਾਹਿਬ ਸਿੱਖਾਂ ਦੀ, ਕਿਉਂਕਿ ਉਹਦਾ ਨਾਮ ਸੁਖਮਨੀ ਹੈ। ਉਹਦਾ ਬਾਣੀ ਨਾਲ ਸਾਨੂੰ ਕੋਈ ਪਿਆਰ ਨਹੀਂ, ਮਾਫ ਕਰਿਓ। ਉਹਦਾ ਨਾਮ ਸੁਖਮਨੀ ਹੈ ਤਾਂ ਸਾਨੂੰ ਐਂ ਲੱਗਦਾ ਇਹਦੇ ਨਾਲ ਸੁੱਖ ਆਉਣਗੇ, ਇਸ ਕਰਕੇ ਪੜ੍ਹੀ ਜਾਂਦੇ ਆ। ਅਦਰਵਾਈਜ਼ ਸਾਡਾ ਕੋਈ ਰਿਸ਼ਤਾ ਨਹੀਂ ਉਸ ਬਾਣੀ ਨਾਲ। ਬਾਣੀ ਵਿੱਚੋਂ ਕੁਝ ਨਹੀਂ ਸਿੱਖਦੇ ਅਸੀਂ। ਉਸ ਬਾਣੀ ਦੇ ਅੰਦਰ ਮਹਾਰਾਜ ਨੇ ਕਿਹਾ ਸੇਵਕ ਜਿਹੜਾ ਹੁੰਦਾ ਹੈ ਨਾ, ਉਹ ਉਦਣ ਹੀ ਸੇਵਕ ਬਣਦਾ ਹੈ ਜਿੱਦਣ ਉਹ ਸੇਵਾ ਕਰਦੇ ਆ ਇਸ ਗੱਲ ਤੋਂ ਉੱਪਰ ਉੱਠ ਜਾਏ ਵੀ ਮੈਨੂੰ ਕੁਝ ਚਾਹੀਦਾ। ਸੇਵਾ ਕਰਤ ਹੋਏ ਨਿਹਕਾਮੀ। ਤੇ ਮੈਨੂੰ ਮਾਫ ਕਰਿਓ, ਮੈਨੂੰ ਨਹੀਂ ਲੱਗਦਾ ਪੂਰੀ ਦੁਨੀਆ 'ਚ ਕੋਈ ਵਿਰਲੇ ਨੂੰ ਛੱਡ ਕੇ ਇਹੋ ਜਿਹਾ ਬੰਦਾ ਹੋਣਾ ਹੈ ਸਾਡੇ 'ਚ ਜਿਹੜਾ ਕਿਸੇ ਵੀ ਕੰਮ ਨੂੰ ਬਿਨਾਂ ਕਿਸੇ ਸਵਾਰਥ ਤੋਂ ਕਰਦਾ ਹੈ। ਹਰ ਬੰਦਾ ਪਿੱਛੇ ਸਵਾਰਥ ਰੱਖ ਕੇ ਬੈਠਾ, ਐਂ ਹੋ ਜਾਏ। ਫਿਰ ਤੁਸੀਂ ਸਿੱਖ ਦਾ ਕਰੈਕਟਰ ਕਿੱਦਾਂ ਘੜੋਗੇ? ਜਿਹੜਾ ਸਿੱਖ ਹੈ ਨਾ, ਸਿੱਖ ਜਿਹੜਾ ਸਿੱਖ ਦਾ ਕਿਰਦਾਰ ਹੈ। ਤੁਸੀਂ ਜੈ ਸਿੰਘ ਦਾ ਨਾਮ ਸੁਣਿਆ ਇਤਿਹਾਸ ਵਿੱਚੋਂ, ਸ਼ਾਇਦ ਕਈਆਂ ਨੇ ਸੁਣਿਆ ਹੋਣਾ। ਭਾਈ ਜੈ ਸਿੰਘ ਜੀ, ਹਕੂਮਤ ਦੇ ਬਾਦਸ਼ਾਹ ਨੇ ਕਿਹਾ ਤੰਬਾਕੂ ਦੀ ਪੰਡ ਸਿਰ ਤੇ ਰੱਖ। ਜੈ ਸਿੰਘ ਨੇ ਕਿਹਾ ਸਿਰ ਤੇ ਰੱਖਣਾ ਤੇ ਵੱਡੀ ਗੱਲ ਹੈ, ਮੈਂ ਹੱਥ ਵੀ ਨਹੀਂ ਲਾਉਂਦਾ ਇਹਨੂੰ। ਉਹ ਕਹਿਣ ਲੱਗੇ ਕਮਾਲ ਹੈ, ਮੈਂ ਵਕਤ ਦਾ ਬਾਦਸ਼ਾਹ ਹਾਂ। ਤੇ ਅੱਗੇ ਉਹ ਸਿੱਖ ਕਹਿੰਦਾ ਤੇਰੇ ਆਦ ਵਰਗੇ 36 ਬਾਦਸ਼ਾਹ ਆਏ ਤੇ 36 ਗਏ। ਤੂੰ ਅੱਜ ਹੈਗਾ ਕੱਲ ਨਹੀਂ ਹੋਏਗਾ, ਤੇਰੀ ਔਕਾਤ ਕੀ ਹੈ ਭਲਾ? ਪਰ ਜਿਹੜਾ ਮੇਰਾ ਪਾਤਸ਼ਾਹ ਹੈ ਨਾ, ਉਹਨੇ ਕਿਹਾ ਘੋੜਾ ਵੀ ਪੈਰ ਨਹੀਂ ਪਾਏਗਾ ਤੰਬਾਕੂ ਦੇ ਖੇਤ ਵਿੱਚ। ਇਸ ਕਰਕੇ ਮੈਂ ਆਪਣੇ ਪਾਤਸ਼ਾਹ ਦੀ ਮੰਨਾਂ ਕਿ ਤੇਰੀ ਮੰਨਾਂ? ਉਹਨੇ ਕਿਹਾ ਮੇਰਾ ਰਾਜ ਚੱਲਦਾ ਹੈ। ਕਹਿੰਦਾ ਫਿਰ ਜੋ ਤੂੰ ਕਰ ਸਕਦਾ ਉਹ ਕਰ ਲਾ, ਜੋ ਮੈਂ ਕਰ ਸਕਦਾ ਉਹ ਕਰ ਲਾ। ਕਹਿੰਦੇ ਤੈਨੂੰ ਪਤਾ ਨਹੀਂ ਸਜਾਏ ਮੌਤ ਮਿਲ ਸਕਦੀ ਹੈ। ਕਹਿੰਦੇ ਵੱਧ ਤੋਂ ਵੱਧ ਤੂੰ ਮਾਰਨ ਤੋਂ ਸਿਵਾਏ ਹੋਰ ਕਰ ਵੀ ਕੀ ਸਕਦਾ? ਤੁਸੀਂ ਕਦੀ ਕਦੀ ਸੁਣਦੇ ਹੋਗੇ ਪੁੱਠੀਆਂ ਖੱਲਾਂ ਲਵਾਈਆਂ ਗਈਆਂ। ਭਾਈ ਜੈ ਸਿੰਘ ਨੂੰ ਟੰਗ ਕੇ ਉਹਦੀ ਪੁੱਠੀ ਖੱਲ ਲਾਈ ਗਈ ਹੈ, ਪਰ ਉਹਨੇ ਤੰਬਾਕੂ ਦੀ ਪੰਡ ਨੂੰ ਹੱਥ ਨਹੀਂ ਲਾਇਆ। ਤੇ ਇਸ ਵੇਲੇ ਜੇ ਮੈਂ ਬਾਹਰ ਤੇ ਅਜੇ ਬਚਾਇਆ, ਪੰਜਾਬ ਦੇ ਵਿੱਚ ਜੇ ਮੈਂ ਜ਼ਿਆਦਾ ਨਾ ਕਹਾਂ ਤੇ 25% ਆਪਣੇ ਆਪ ਨੂੰ ਗੁਰੂ ਨਾਨਕ ਦੇ ਲਾਗੇ ਦੇ ਅਖਵਾਉਣ ਵਾਲੇ, ਸਿਰ ਤੇ ਪਰਨੇ ਪਟਕੇ ਬੰਨਣ ਵਾਲੇ ਵੀ ਇਸ ਚੀਜ਼ ਦਾ ਸੇਵਨ ਕਰਦੇ ਨੇ। ਲਿਆਉਂਦੇ ਕਿਵੇਂ ਨੇ ਤੁਹਾਡੇ 'ਚ ਚੀਜ਼ਾਂ? ਕ੍ਰਿਕੇਟਰ ਸੀ ਹਰਭਜਨ ਸਿੰਘ, ਸ਼ਾਇਦ ਨਾਮ ਸੀ ਉਹਦਾ, ਜਾਂ ਬੋਲਰ ਸੀ, ਮੈਨੂੰ ਨਾਮ ਸ਼ਾਇਦ ਹੋ ਸਕਦਾ ਮੈਂ ਭੁੱਲਦਾ ਹੋ। ਹਰਭਜਨ ਸਿੰਘ, ਹਾਂਜੀ ਹਰਭਜਨ ਸਿੰਘ। ਉਹਨੇ ਆਪਣੇ ਵਿਆਹ ਤੇ, ਕਿਉਂਕਿ ਸੈਲੀਬ੍ਰਿਟੀ ਹੈ, ਉਹਨੇ ਆਪਣੇ ਵਿਆਹ ਤੇ ਪੰਜਾਬ ਦੀ ਧਰਤੀ ਤੇ ਪੈਲਸ ਵਿੱਚ ਹੁੱਕੇ ਤੇ ਤੰਬਾਕੂ ਦਾ ਖਾਸ ਪ੍ਰਬੰਧ ਕੀਤਾ। ਪਿਆ ਫਰਕ ਕਿਸੇ ਨੂੰ ਨਾ, ਮਤਲਬ ਨਹੀਂ ਬਣਦਾ। ਅਗਲੇ ਤੁਹਾਡੇ ਚ ਪਾਉਂਦੇ ਕਿੱਦਾਂ ਨੇ, ਕਿਵੇਂ ਨੇ ਚੀਜ਼ਾਂ? ਬਾਣੀ ਕਹਿੰਦੀ ਇਹ ਨਸ਼ਾ ਮਾੜੀ ਚੀਜ਼ ਹੈ, ਮਾੜੀ ਚੀਜ਼ ਹੈ, ਨਸ਼ਾ ਖਤਰਨਾਕ ਹੈ। ਇੱਥੋਂ ਤੱਕ ਬਾਣੀ 'ਚ ਲਿਖਿਆ ਜ਼ਹਿਰ ਤੇ ਨਸ਼ਾ ਦੋਵੇਂ ਇੱਕੋ ਜਿਹੀਆਂ ਚੀਜ਼ਾਂ ਨੇ। ਬਾਬੇ ਨੇ ਕਿਹਾ ਜੇ ਜ਼ਹਿਰ ਦਾ ਸਵਾਦ ਨਹੀਂ ਵੇਖਿਆ ਜਾ ਸਕਦਾ ਤੇ ਨਸ਼ੇ ਦਾ ਸਵਾਦ ਕਿਵੇਂ? ਇੱਕ ਨਹੀਂ ਹੋਰ ਕਿੰਨੀਆਂ ਐਗਜ਼ਾਮਪਲਸ ਐਸੀਆਂ ਨੇ। ਮੌਰਾ ਹੋਵੇ ਹੱਥ ਮਰੀਏ ਚੱਖੀਏ। ਜਿਹੜਾ ਬੰਦਾ ਜ਼ਹਿਰ ਦਾ ਸਵਾਦ ਵੇਖਣ ਲੱਗ ਪਿਆ ਨਾ, ਉਹਨੇ ਮਰਨਾ ਹੀ ਮਰਨਾ। ਤੇ ਸਾਡੇ ਬੰਦੇ, ਬਾਣੀ ਨੇ ਕਿਹਾ ਨਹੀਂ ਵਰਤਣਾ ਨਸ਼ਾ, ਤੇ ਫਿਲਮ ਇੰਡਸਟਰੀ ਨੇ, ਗਾਉਣ ਵਾਲਿਆਂ ਨੇ ਕਿਹਾ ਜੇ ਨਸ਼ਾ ਨਾ ਹੋਇਆ ਤੇ ਪੰਜਾਬੀ ਖਤਮ ਹੋ ਜਾਣਾ। ਉਹ ਪੰਜਾਬੀ ਕੀ ਹੈ ਜਿਹਦਾ ਸ਼ਰਾਬ ਨਾਲ ਸੰਬੰਧ ਨਹੀਂ। ਤੇ ਇਸ ਕਰਕੇ ਅਸੀਂ ਗੁਰੂ ਦੀ ਸੁਣਨੋਂ ਹਟ ਗਏ, ਗਾਉਣ ਵਾਲਿਆਂ ਦੀ ਸੁਣਨ ਲੱਗ ਪਏ। ਗੁਰੂ ਦੇ ਸੁਣਾਉਣ ਵਾਲਿਆਂ ਨੂੰ ਅਸੀਂ ਕਹਿੰਦੇ ਹਾਂ ਬਾਬੇ ਤੇ ਸਾਧ ਵਿਹਲੜ, ਤੇ ਜਿਹੜੇ ਸ਼ਰਾਬ ਪੀਣ ਦੀ ਸੁਣਾਉਣ ਵਾਲੇ ਨੇ ਉਹਨਾਂ ਨੂੰ ਲੱਖਾਂ ਰੁਪਈਆ ਖਰਚ ਕੇ ਅਸੀਂ ਸੱਦਦੇ ਵੀ ਹਾਂ ਤੇ ਉਹਨਾਂ ਦੀ ਗੱਲ ਵੀ ਬੜੇ ਧਿਆਨ ਨਾਲ ਸੁਣਦੇ।
ਬਦਕਿਸਮਤੀ ਇੱਕ ਨਹੀਂ ਹੈ ਤੇਰੀ ਕੌਮ ਦੀ। ਅਗਲਿਆਂ ਨੂੰ ਪਤਾ ਤੁਹਾਨੂੰ ਖਤਮ ਕਿਵੇਂ ਕਰਨਾ, ਕਿਉਂਕਿ ਉਹਨਾਂ ਇਤਿਹਾਸ ਤੁਸੀਂ ਆਪ ਨਹੀਂ ਗੁਰੂ ਪਿਆਰਿਓ ਪੜ੍ਹਿਆ ਜਿੰਨਾ ਤੁਹਾਡੇ ਵਿਰੋਧੀਆਂ ਨੇ ਪੜ੍ਹਿਆ। ਤੁਹਾਡੇ ਵਿਰੋਧੀ ਇਤਿਹਾਸ ਨੂੰ ਬੜੀ ਨੀਝ ਨਾਲ ਪੜ੍ਹਦੇ ਨੇ, ਬੜਾ ਨੇੜਿਓਂ ਹੋ ਕੇ ਪੜ੍ਹਦੇ। ਇਸ ਲਈ ਵਿਚਾਰੋ, ਫੈਸਲਿਆਂ ਦੀ ਘੜੀ ਹੈ ਤੇ ਲੀਕਾਂ ਖਿੱਚ ਕੇ ਫੈਸਲੇ ਹੁੰਦੇ ਨੇ। ਸਾਂਝਾ ਬੰਦਾ ਬੜਾ ਖਤਰਨਾਕ ਹੁੰਦਾ। ਜਿਹੜੇ ਕਈ ਬੰਦੇ ਨਾ ਕਹਿੰਦੇ ਕਿਸੇ ਥਾਂ ਤੇ ਪੰਚਾਇਤ ਹੋਣੀ ਸੀ, ਕਈ ਪੰਚਾਇਤਾਂ ਤੇ ਹੁੰਦੀਆਂ ਨੇ ਸਟੈਂਡ ਵਾਲੀਆਂ, ਤੇ ਕਈ ਪੰਚਾਇਤਾਂ ਇੱਦਾਂ ਦੀਆਂ ਹੁੰਦੀਆਂ ਨੇ ਵੀ ਜਿਹੜਾ ਮਰਜ਼ੀ ਫੈਸਲਾ ਕਰਾ ਸਕਦਾ ਉਹਨਾਂ। ਤੇ ਸਾਡੀਆਂ ਪੰਚਾਇਤਾਂ ਇੱਦਾਂ ਦੀਆਂ ਸੀ ਵੀ ਸਟੈਂਡ ਸੀ ਸਾਡਾ। ਜਦੋਂ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਚ ਆਉਂਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਉੱਠ ਕੇ ਸਤਿਕਾਰ ਕਰਦਾ ਸੀ ਉਹਦਾ। ਤੇ ਕਈ ਵੱਡੇ ਵੱਡੇ ਅੰਗਰੇਜ਼ ਆਫੀਸਰ ਪੁੱਛਦੇ ਸੀ ਵੀ ਇਹ ਅਕਾਲੀ ਫੂਲਾ ਸਿੰਘ ਦੇ ਆਉਣ ਤੇ ਤੂੰ ਕਿਉਂ ਇੰਨਾ ਛੇਤੀ ਉੱਠ ਜਾਣਾ? ਕਹਿੰਦਾ ਮੈਂ ਸੰਸਾਰ ਭਰ ਦੀ ਸਿਸਟਮ ਨਾਲ ਚੱਲਦਾ, ਇਹ ਨਿਰੰਕਾਰ ਦੇ ਸਿਸਟਮ ਨਾਲ ਚੱਲਦਾ, ਇਹਦੇ ਸਾਹਮਣੇ ਮੈਨੂੰ ਉੱਠ ਕੇ ਖਲੋਣਾ ਹੀ ਪੈਂਦਾ। ਐਸੇ ਸੀ ਤੁਹਾਡੇ ਕਦੀ ਪੁਰਾਤਨ ਬੰਦੇ। ਹੁਣ ਉਹਨਾਂ ਵੇਲਿਆਂ 'ਚ ਜਿਹੜੇ ਇਸ ਤਰ੍ਹਾਂ ਦੇ ਬੰਦੇ ਸਨ, ਉਹਨਾਂ ਨੇ ਬੜੀਆਂ ਸਟਰੋਂਗ ਪਾਵਰ ਵਾਲੀਆਂ ਚੀਜ਼ਾਂ ਪੈਦਾ ਕੀਤੀਆਂ। ਮਹਾਰਾਜਾ ਰਣਜੀਤ ਸਿੰਘ ਨੇ ਗਲਤੀ ਕੀਤੀ ਤੇ ਕੋਰੜੇ ਲਾਉਣ ਦੀ ਸਜ਼ਾ ਦਿੱਤੀ ਉਹਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਸਾਡੇ ਜਥੇਦਾਰਾਂ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆ ਵੀ ਪੰਜਾਬ 'ਚ ਮਾੜਾ ਹੋਇਆ। ਤੇ ਜੇ ਹਾਰ ਗਏ ਨਾ ਉਹ, ਤੇ ਬੜੀ ਤਕਲੀਫ ਹੋਈ ਸਾਡੇ ਜਥੇਦਾਰਾਂ ਨੂੰ। ਸਟੇਟਮੈਂਟਾਂ ਦੇਣ ਬਹਿ ਗਏ, ਪੰਥ ਹਾਰ ਗਏ, ਹੱਦ ਹੋ ਗਈ, ਇਹ ਪੰਥ ਨੇ ਬਸ। ਮੇਰਾ ਕਿਸੇ ਨਿੱਜੀ ਬੰਦੇ ਨਾਲ ਕੋਈ ਰਿਸ਼ਤਾ ਨਹੀਂ, ਨਾ ਮੇਰਾ ਨਿੱਜੀ ਕਿਸੇ ਨਾਲ ਵਿਰੋਧ ਹੈ, ਪਰ ਹੱਦ ਹੋ ਗਈ, ਤੁਸੀਂ ਘੱਟੋ ਘੱਟ ਨਿਊਟਰਲ ਹੀ ਰਹਿ ਲਓ। ਪਰ ਰਹੋਗੇ ਕਿੱਦਾਂ? ਤੁਹਾਨੂੰ ਨਿਊਟਰਲ ਛੱਡਿਆ ਹੀ ਨਹੀਂ ਅਗਲਿਆਂ ਨੇ, ਤੁਹਾਨੂੰ ਆਪਣੇ ਕਲਾਵੇ 'ਚ ਲੈ ਲਿਆ। ਤੇ ਪੰਛੀ ਦਾ ਪਿੰਜਰੇ 'ਚ ਵੜ ਜਾਣਾ ਖਤਰਾ ਨਹੀਂ ਹੁੰਦਾ, ਪੰਛੀ ਦੀ ਸੋਚ ਵਿੱਚ ਪਿੰਜਰੇ ਦਾ ਪੈ ਜਾਣਾ ਖਤਰਾ ਹੁੰਦਾ ਹੈ। ਪਿੰਜਰਿਆਂ 'ਚ ਪੈ ਕੇ ਪੰਛੀ ਨਹੀਂ ਮਰਦੇ, ਸੋਚ ਵਿੱਚ ਪਿੰਜਰਾ ਪੈ ਜਾਏ ਤੇ ਪੰਛੀ ਮਰਦੇ ਨੇ। ਅਸੀਂ ਉੱਚੀਆਂ ਉਡਾਰੀਆਂ ਉੱਡਣ ਵਾਲੇ ਪੰਛੀ ਸਾਂ, ਸਾਡੀ ਸੋਚ ਵਿੱਚ ਅਗਲਿਆਂ ਨੇ ਗੁਲਾਮੀ ਦੇ ਪਿੰਜਰੇ ਪਾ ਦਿੱਤੇ ਤੇ ਅਸੀਂ ਗੁਲਾਮ ਹਾਂ। ਬੜੀ ਬੁਰੀ ਤਰ੍ਹਾਂ ਨਾਲ ਤੁਸੀਂ ਗੱਲ ਕਹਿਣ ਦੀ ਸਮਰੱਥਾ ਨਹੀਂ ਰੱਖਦੇ। ਸਾਡੇ ਕੋਲ ਅਕਾਲ ਤਖਤ ਦੀ ਰਹਿਤ ਮਰਿਆਦਾ ਫ੍ਰੀ ਸ਼ਬਦ ਹੀ ਹੈ, ਇੱਥੇ ਵੀ ਮਿਲ ਜਾਣੀ ਹੈ, ਨਹੀਂ ਮਿਲਣੀ। ਜਿਹੜੇ ਵੀਰ ਪ੍ਰਬੰਧ ਕਰਦੇ ਨੇ, ਮੈਂ ਬੇਨਤੀ ਕਰਾਂਗਾ ਅਗਲੀ ਵਾਰ ਸਾਡਾ ਚੱਕਰ ਲੱਗਾ, ਅਸੀਂ ਮਰਿਆਦਾ ਆਪਣੇ ਘਰ ਬਹਿ ਕੇ ਮਰਿਆਦਾ ਪੜ੍ਹ ਕੇ ਤਾਂ ਵੇਖੋ ਬੱਚੇ ਦੇ ਜਨਮ ਵੇਲੇ ਕੀ ਕਰਨਾ। ਗੁਰੂ ਦੀ ਹਜ਼ੂਰੀ 'ਚ ਕੀਰਤਨ ਕਿਹਦਾ ਹੋਣਾ ਚਾਹੀਦਾ? ਅਕਾਲ ਤਖਤ ਦੀ ਰਹਿਤ ਮਰਿਆਦਾ ਪੰਥ ਦੀ ਚੌਕੇ ਤਾਂ ਵੇਖੋ। ਨਾਰੇ ਮਾਰੀ ਜਾਂਦੇ ਹੋ ਅਕਾਲ ਤਖਤ ਮਹਾਨ ਹੈ, ਮੰਨਦੇ ਤੁਸੀਂ ਅਕਾਲ ਤਖਤ ਦੀ ਇੱਕ ਵੀ ਨਹੀਂ। ਨਾ ਮੇਰੇ ਤੋਂ ਪੁੱਛੋ, ਨਾ ਤੁਹਾਡੇ ਤੋਂ ਕੋਈ ਪੁੱਛੇ, ਨਾ ਭਾਈ ਗੁਰਮੀਤ ਸਿੰਘ ਹੋਣਾ ਤੋਂ ਪੁੱਛੇ, ਨਾ ਇੱਥੋਂ ਦੇ ਪ੍ਰਬੰਧ ਕਰਨ ਵਾਲਿਆਂ ਤੋਂ ਕੋਈ ਪੁੱਛੇ। ਪੁੱਛੋ ਅਕਾਲ ਤਖਤ ਦੀ ਰਹਿਤ ਮਰਿਆਦਾ 'ਚ ਗੁਰੂ ਦੀ ਹਜ਼ੂਰੀ 'ਚ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਅੱਜ ਅਗਲਿਆਂ ਨੇ ਕੈਲੰਡਰ ਕਤਲ ਕੀਤਾ ਤੇ ਅਗਲੀ ਤਿਆਰੀ ਅਗਲਿਆਂ ਦੀ ਇਹ ਵੀ ਹੈ। ਧਿਆਨ ਨਾਲ ਸਮਝਿਓ। ਇੱਕ ਬੇਨਤੀ ਹੋਰ ਤੁਹਾਡੇ ਚਰਨਾਂ 'ਚ ਕਰਦੇ ਆ। ਤੀਰਥ ਰਾਮ ਦੰਡੀ ਸੰਨਿਆਸੀ ਦੀ ਪੁਸਤਕ ਛਪਦੀ ਸੀ ਸ਼੍ਰੋਮਣੀ ਕਮੇਟੀ ਵੱਲੋਂ, ਸਰਵੋਤਮ ਧਰਮ ਤੇ ਸਰਵੋਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ। ਸ਼੍ਰੋਮਣੀ ਕਮੇਟੀ ਵੱਲੋਂ ਕਿਤਾਬ ਛਪਦੀ ਸੀ। ਪਿਛਲੇ 7 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਨੇ ਉਹ ਕਿਤਾਬ ਛਾਪਣੀ ਬੰਦ ਕਰ ਦਿੱਤੀ ਹੈ, ਕਿਉਂਕਿ ਉਹਦੇ 'ਚ ਲਿਖਿਆ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਰਗਾ ਦੁਨੀਆ 'ਚ ਕੋਈ ਗ੍ਰੰਥ ਨਹੀਂ। ਸਮਝਿਓ ਧਿਆਨ ਨਾਲ, ਅਸੀਂ ਜਾ ਕਿੱਧਰ ਨੂੰ ਰਹੇ, ਅਸੀਂ ਸਫ਼ਰ ਕਿੱਧਰ ਨੂੰ ਕਰ ਰਹੇ ਹਾਂ। ਜਿਹੜੀ ਕਿਤਾਬ 'ਚ ਇਹ ਲਿਖਿਆ ਕਿ ਸਿੱਖ ਧਾੜਵੀ ਸਨ, ਉਹ ਕਾਲਜਾਂ ਯੂਨੀਵਰਸਿਟੀਆਂ ਤੱਕ ਪਹੁੰਚਾਤੀ। ਜਿਹੜੀ ਕਿਤਾਬ 'ਚ ਇਹ ਲਿਖਿਆ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਰਗਾ ਦੁਨੀਆ 'ਚ ਗ੍ਰੰਥ ਕੋਈ ਨਹੀਂ, ਉਹ ਛਾਪਣ ਤੇ ਪਾਬੰਦੀ ਲਾਤੀ। ਇਹਦਾ ਮਤਲਬ ਹੈ ਗੋਲਕ ਤੁਹਾਡੀ ਹੈ, ਮਰਜ਼ੀ ਕਿਸੇ ਹੋਰ ਦੀ ਹੈ, ਹੁਣ ਤੁਹਾਡੀ ਨਹੀਂ ਰਹੀ। ਉਹ ਇਹੋ ਹੀ ਹੁੰਦਾ ਕਿਸੇ ਦੇ ਇਰਾਦਿਆਂ ਨੂੰ ਬਦਲ ਦੇਣਾ। ਅਗਲੇ ਦੀ ਤਾਂ ਸ਼ਕਤੀ ਇਹ ਹੈ ਨਾ, ਤੁਹਾਡੇ 'ਚ ਬਹਿ ਕੇ ਅਗਲਿਆਂ ਨੇ ਇਰਾਦੇ ਬਦਲਤੇ ਤੁਹਾਡੇ। ਸਿੱਖੀ ਔਖੀ ਹੈ ਕਿ ਸੌਖੀ ਹੈ? ਉੱਚੀ ਬੋਲ ਕੇ ਦੱਸਿਓ ਬਈ, ਔਖੀ ਹੈ ਕਿ ਸੌਖੀ ਹੈ? ਨਾ, ਗਲਤ ਹੋ ਤੁਸੀਂ। ਸਿੱਖੀ ਵਰਗੀ ਦੁਨੀਆ ਤੇ ਕੋਈ ਸੌਖੀ ਚੀਜ਼ ਨਹੀਂ। ਕੀ ਔਖਾ ਸਿੱਖੀ ਦਾ?
ਤੁਸੀਂ ਸਿੱਖ ਦੀ ਮੁੱਢਲੀ ਡੈਫੀਨੇਸ਼ਨ ਪੜ੍ਹ ਕੇ ਵੇਖੋ, ਤੁਹਾਡੇ ਘਰੋਂ ਬਿਮਾਰੀਆਂ ਖੰਭ ਲਾ ਕੇ ਉੱਡ ਜਾਣਗੀਆਂ, ਤੁਹਾਡੇ ਤੇ ਕਰਜ਼ੇ ਨਹੀਂ ਚੜਨਗੇ। ਪਰ ਅਗਲਿਆਂ ਨੇ ਕਹਿ ਕੇ ਸਿੱਖੀ ਔਖੀ, ਸਿੱਖੀ ਔਖੀ, ਇੰਨਾ ਸਿੱਖੀ ਤੋਂ ਦੂਰ ਕਰਤਾ ਤਾਂ ਕਿ ਜਿਹੜੇ ਸਿੱਖ ਸਨ ਉਹ ਦੂਰ ਚਲੇ ਜਾਣ, ਅਸੀਂ ਆਪਣੀ ਮਨਮਰਜ਼ੀ ਦੀ ਸਿੱਖੀ ਲੋਕਾਂ 'ਚ ਪਾ ਸਕੀਏ। ਨਹੀਂ ਸਿੱਖੀ ਔਖੀ। ਨਸ਼ਾ ਕਰਨਾ ਔਖਾ ਹੈ, ਨਸ਼ਾ ਛੱਡਣਾ ਔਖਾ ਹੈ, ਨਸ਼ੇ ਤੋਂ ਬਿਨਾਂ ਰਹਿਣਾ ਔਖਾ ਨਹੀਂ ਹੈ। ਤੇ ਸਿੱਖੀ ਕੀ ਕਹਿੰਦੀ ਹੈ? ਸਿੱਖ ਨਸ਼ਾ ਨਹੀਂ ਕਰੇਗਾ। ਤੇ ਇਕੱਲਾ ਸਿੱਖ ਹੀ ਨਹੀਂ, ਪੂਰੀ ਦੁਨੀਆ ਅੱਜ ਨਸ਼ੇ ਤੋਂ ਰਹਿਤ ਰਹਿਣੀ ਚਾਹੀਦੀ ਹੈ। ਬੰਦੇ ਨੂੰ ਗੁੱਸਾ ਘੱਟ ਤੋਂ ਘੱਟ ਆਉਣਾ ਚਾਹੀਦਾ। ਸਾਨੂੰ ਗੁੱਸਾ, ਬੋਲੋ ਉੱਚੀ, ਘੱਟ ਤੋਂ, ਤੇ ਸਾਨੂੰ ਬਹੁਤ ਆਉਂਦਾ। ਅਸੀਂ ਤੇ ਨਾ ਕਈ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਵੇਖਦੇ। ਕਈ ਵਾਰ ਤਾਂ ਅਸੀਂ ਇੰਨੇ ਕਲਪ ਜਾਂਦੇ ਹਾਂ ਨਾ, ਇੰਨਾ ਸਾਡਾ ਅਸੀਂ ਹਾਈਪਰ ਹੋ ਜਾਂਦੇ, ਅਸੀਂ ਪ੍ਰਕਾਸ਼ ਵੀ ਭੁੱਲ ਜਾਂਦੇ। ਜੇ ਘੱਟੋ ਘੱਟ ਇੰਨਾ ਹੀ ਚੇਤਾ ਰੱਖਦੇ ਨਾ ਵੀ ਪ੍ਰਕਾਸ਼ ਹੈ, ਤੇ ਪੂਰੀ ਦੁਨੀਆ 'ਚ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਤੇ ਬੰਦ ਹੋ ਜਾਂਦੀਆਂ ਨਾ। ਬਾਹਰ ਆਪਾਂ ਫਿਰ ਗੱਲ ਕਰਾਂਗੇ, ਘੱਟੋ ਘੱਟ ਬਾਹਰ ਦੀ ਫਿਰ ਆਪਾਂ ਗੱਲ ਕਰ ਲਾਂਗੇ, ਇੱਥੇ ਤੇ ਨਾ ਹੋਣ। ਨਾਲੇ ਡਰਿਆ ਨਾ ਕਰੋ, ਘਬਰਾਇਆ ਨਾ ਕਰੋ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਸੱਚ 100 ਬਹਾਨੇ ਘੜ ਲੈ, ਉਹਨੇ ਸੱਚ ਰਹਿਣਾ। ਝੂਠ ਹਜ਼ਾਰਾਂ ਨਵੀਆਂ ਪਰਤਾਂ ਚਾੜ ਕੇ ਆ ਜਾਏ, ਉਹਨੇ ਝੂਠ ਹੀ ਰਹਿਣਾ। ਝੂਠ ਨੇ ਸੱਚ ਨਹੀਂ ਹੋਣਾ, ਤੇ ਸੱਚ ਨੂੰ ਕੋਈ ਝੂਠ ਨਹੀਂ ਬਣਾ ਸਕਦਾ। ਇਹ ਠੀਕ ਹੈ, ਕਿਸੇ ਕੋਲ ਤਾਕਤ ਹੋਏਗੀ, ਕਿਸੇ ਕੋਲ ਪਾਵਰ ਹੋਏਗੀ, ਕੋਈ ਬੰਦਾ ਝੂਠ ਨੂੰ ਬਲ ਦੇਗਾ ਤੇ ਉਹ 4-5 ਦਿਨ ਚਮਕ ਨਾਲ ਲੋਕਾਂ 'ਚ ਆ ਸਕਦਾ ਹੈ। ਪਰ ਬਾਬੇ ਨੇ ਕਿਹਾ ਓੜਕ ਸੱਚ ਹੀ ਰਹਿਣਾ ਹੁੰਦਾ ਹੈ, ਅਖੀਰ ਸੱਚ ਨਹੀਂ ਆਉਣਾ। ਤੇ ਇਹ ਸਪਸ਼ਟ ਹੋਣਾ ਹੀ ਹੁੰਦਾ ਇੱਕ ਦਿਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਬੜੇ ਧਿਆਨ। ਸਿੱਖੀ ਔਖੀ ਨਹੀਂ ਹੈ। ਕਈ ਬੰਦੇ ਕਹਿਣਗੇ ਗੁਰਮਤਿ ਤੇ ਪਹਿਰਾ ਦੇਣਾ ਬਹੁਤ ਔਖਾ ਹੈ। ਨਾ, ਗੁਰਮਤਿ ਤੇ ਪਹਿਰਾ ਦੇਣਾ ਨਹੀਂ ਔਖਾ। ਇਹਦਾ ਮਤਲਬ ਹੈ ਤੁਸੀਂ ਮਨਮਤ 'ਚ ਧਾਸੀ ਇੰਨੇ ਗਏ ਹੋ ਕਿ ਤੁਹਾਨੂੰ ਗੁਰਮਤ ਲੱਗਦੀ ਬਹੁਤ ਔਖੀ ਹੈ। ਕਿੰਨੀ ਕੁ ਔਖੀ ਹੈ ਗੁਰਮਤ? ਇਹ ਠੀਕ ਹੈ, ਗੁਰਮਤ ਦੇ ਰਾਹ ਤੇ ਚੱਲਦਿਆਂ ਸਾਨੂੰ ਮੁਸ਼ਕਿਲਾਂ ਆਉਂਦੀਆਂ ਨੇ, ਪਰ ਸਾਡੀ ਤਿਆਰੀ ਗੁਰੂ ਸਾਹਿਬਾਨ ਨੇ ਏਡੀ ਕਮਾਲ ਦੀ ਕਰਾਈ ਹੈ ਨਾ। ਕਿੰਨੀਆਂ ਕੁ ਮੁਸ਼ਕਿਲਾਂ ਆਉਣਗੀਆਂ ਸਾਨੂੰ, ਵੱਧ ਤੋਂ ਵੱਧ ਕੀ ਮੁਸ਼ਕਿਲ ਆਏਗੀ? ਗੁਰੂ ਸਾਹਿਬ ਨੇ ਤਾਂ ਇੰਨੀ ਤਿਆਰੀ ਕਰਾਈ, ਸਾਡੀ ਇੰਨੀ ਤਿਆਰੀ ਕਰਾਈ ਹੈ ਵੀ ਜੇ ਸਾਡੇ ਸਿਰ ਤੇ ਕੋਈ ਆਰਾ ਵੀ ਰੱਖ ਦੇ ਨਾ, ਤੇ ਆਰੇ ਨਾਲ ਸਾਨੂੰ ਦੁਫਾੜ ਵੀ ਕਰ ਰਿਹਾ ਹੋਵੇ, ਤੇ ਅਸੀਂ ਉਸ ਵੇਲੇ ਵੀ ਕਹਿ ਰਹੇ ਹੁੰਦੇ ਹਾਂ ਵੀ ਨਹੀਂ, ਆਰੇ ਨਾਲ ਦੁਫਾੜ ਹੋ ਰਿਹਾ, ਪਰ ਸਿੱਖੀ ਫਿਰ ਵੀ ਬੜੀ ਸੌਖੀ ਹੈ। ਕੀ ਔਖਾ ਇਹਦੇ 'ਚ? ਪਰ ਇਹ ਕਿਰਦਾਰ ਘੜਨ ਨਾਲ ਬਣਦੀ ਹੈ ਗੱਲ। ਇਹਦੇ ਨਾਲ ਤੁਹਾਨੂੰ ਇਸ ਗੱਲ ਤੇ ਨਿਸ਼ਚਾ ਕਰਨਾ ਪੈਂਦਾ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੁਹਾਨੂੰ ਇਹ ਤੇ ਪਹਿਰਾ ਦੇਣਾ ਪੈਂਦਾ। ਹਮਰਾ ਝਗੜਾ ਰਹਾ ਨਾ ਕੋ, ਪੰਡਤ ਮੁੱਲਾ ਛਾੜੇ ਦੋ। ਪੰਡਤ ਮੁੱਲਾ ਜੋ ਲਿਖਦੀ ਆ, ਛੱਡ ਚਲੇ ਹਮ ਕਛੂ ਨਾ ਲਿਆ। ਤੇ ਜਿਹੜੇ ਇਹ ਸ਼ਬਦ ਨਹੀਂ ਪੜ੍ਹੇ ਜਾਣਗੇ, ਇਹਨਾਂ ਸ਼ਬਦਾਂ ਨੂੰ ਨਹੀਂ ਗੌਰ ਨਾਲ ਵੇਖਿਆ ਜਾਏਗਾ। ਇਸ ਕਰਕੇ ਬੰਦਾ ਸਿਰ ਤੇ ਪੱਗ ਬੰਨ੍ਹ ਕੇ ਸਵੇਰੇ ਸਵੇਰੇ ਅਖਬਾਰ ਦਾ ਰਾਸ਼ੀਆਂ ਵਾਲਾ ਪੇਜ ਪਹਿਲਾਂ ਫਰੋਲਦਾ ਵੀ ਅੱਜ ਦੀ ਰਾਸ਼ੀ ਕਿਵੇਂ ਹੈ ਭਲਾ। ਤੇ ਨਾਲੇ ਕਹਿੰਦੇ ਹੋ ਪੰਡਤ ਮੁੱਲਾ ਜੋ ਲਿਖਦੀ ਆ, ਛੱਡ ਚਲੇ ਹਮ ਕਛੂ ਨਾ ਲਿਆ। ਤੂੰ ਰਲਦਾ ਹੀ ਨਹੀਂ ਉਸ ਗੱਲ ਨਾਲ। ਨਾਲੇ ਕਿਸਮਤਾਂ ਤੇ ਵਿਸ਼ਵਾਸ ਉਹ ਰੱਖਦੇ ਨੇ ਜਿਨ੍ਹਾਂ ਨੂੰ ਆਪਣੀ ਕਿਸਮਤ ਘੜਨੀ ਨਹੀਂ ਆਉਂਦੀ। ਸਿੱਖ ਗੁਰੂ ਨਾਨਕ ਦਾ ਕਿਸਮਤ ਘੜਨੀ ਜਾਣਦਾ, ਇਹ ਕਿਸਮਤ ਤੇ ਭਰੋਸਾ ਨਹੀਂ ਰੱਖਦਾ। ਭਾਰਤ ਵਰਸ਼ ਗੁਲਾਮ ਕਿਉਂ ਹੋਇਆ? ਇਹ ਕਹਿੰਦੇ ਸੀ ਸਾਡੇ ਕਰਮਾਂ 'ਚ ਇਹ ਕੁਝ ਲਿਖਿਆ, ਤੇ ਅੱਜ 90% ਸਿੱਖ ਵੀ ਕਹਿਣ ਲੱਗ ਪਏ ਨੇ ਸਾਡੇ ਕਰਮਾਂ 'ਚ ਹੀ ਐ ਲਿਖਿਆ। ਕਿਉਂ ਬਈ? ਕਿਹੜੀ ਪਰਿਭਾਸ਼ਾ ਪੜ੍ਹ ਲਈ ਤੁਸੀਂ ਸਿੱਖੀ ਦੀ? ਬਾਣੀ 'ਚ ਤੇ ਲਿਖਿਆ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਜਿੰਨੀ ਨਾਮ ਤੇ ਆਇਆ, ਜਿਨ੍ਹਾਂ ਨੇ ਗੁਰੂ ਦਾ ਨਾਮ ਤੇ ਆਇਆ ਉਹਦੇ ਤੇ ਸਟਰਗਲ ਕੀਤੀ, ਉਹਨਾਂ ਮਸ਼ੱਕਤ ਘਾਲਣਾ ਘਾਲੀ, ਫਿਰ ਜੋ ਹੋਇਆ ਵੇਖੀ ਜਾਏਗੀ। ਚੇਤ ਮਹੀਨੇ ਦਾ ਅੱਜ ਤੁਸੀਂ ਆਰੰਭਤਾ ਦਾ ਦਿਨ ਮਨਾ ਰਹੇ ਹੋ, ਤੇ ਬਾਣੀ ਨੇ ਉਹਨੂੰ ਜਦੋਂ ਬਾਣੀ 'ਚ ਲਿਖਿਆ ਤੇ ਮਹਾਰਾਜ ਤੋਂ ਪੁੱਛਿਆ,
ਉਹਨੂੰ ਲਿਖਣ ਤੋਂ ਪਹਿਲਾਂ ਇੱਕ ਭੂਮਿਕਾ ਲਿਖੀ ਬਾਣੀ 'ਚ, 12 ਮਾਹ ਬਾਣੀ ਦੇ ਅੰਦਰ। 2 12 ਮਾਹ ਨੇ ਤੁਖਾਰੀ ਰਾਗ ਦੇ ਵਿੱਚ, ਇੱਕ 12 ਮਾਹ ਜਿਹੜਾ ਅਸੀਂ ਰੂਟੀਨ 'ਚ ਪੜ੍ਹਦੇ ਹਾਂ ਮਾਝ ਰਾਗ 'ਚ ਗੁਰੂ ਅਰਜਨ ਸਾਹਿਬ ਜੀ ਦਾ। ਕੀ ਕਹਿੰਦੇ ਨੇ ਮਹਾਰਾਜ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਅਸੀਂ ਆਪਣੇ ਕੰਮਾਂ ਕਰਕੇ ਵਿਛੜਿਆ, ਨਾ ਕਿ ਰੱਬ ਨੇ ਸਾਨੂੰ ਵਿਛੋੜਿਆ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਤੇਨ ਦੁਦੈ ਤੇ ਬਾਹਰੀ ਕਿਤੇ ਨ ਆਵੇ ਕਾਮ। ਐ ਲਿਖਿਆ। ਫਿਰ ਮਹਾਰਾਜ ਨੇ ਲਿਖਿਆ ਚੇਤ ਗੋਵਿੰਦ ਆਰਾਧੀਐ ਹੋਵੇ ਆਨੰਦ ਕਣਾ। ਚੇਤ ਰੱਬ ਨਾਲ ਜੁੜ ਕੇ ਮਨਾਇਆ ਜਾਏ। ਗੋਵਿੰਦ ਆਰਾਧੀਐ, ਗੋਬਿੰਦ ਨੂੰ ਆਰਾਧੀਏ, ਚੇਤ ਆਪੇ ਹੀ ਸੋਹਣਾ ਹੋ ਜਾਣਾ। ਤੇ ਮਹਾਰਾਜ ਕਹਿੰਦੇ ਆਨੰਦ ਕਣਾ। ਤੇ ਮਹਾਰਾਜ ਕਿਵੇਂ ਆਏਗਾ ਆਨੰਦ? ਭਲਾ ਅਗਲੀ ਗੱਲ ਸੁਣਿਓ ਧਿਆਨ ਨਾਲ। ਅਸੀਂ ਨਹੀਂ ਸੁਣਦੇ। ਅਸੀਂ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਆਉਂਦੇ ਹਾਂ, ਗੋਲਕ 'ਚ ਪੈਸੇ ਪਾਉਂਦੇ ਹਾਂ, ਤੇ ਭਾਈ ਸਾਹਿਬ ਜਦੋਂ ਕਹਿੰਦੇ ਨੇ ਨਾ ਚੇਤ ਗੋਵਿੰਦ ਅਰਧ, ਅਸੀਂ ਉੱਚੀ ਸਾਰੀ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਚੇਤ ਦਾ। ਅੱਗੇ ਭਾਈ ਸਾਹਿਬ ਕੀ ਪੜ੍ਹ ਰਹੇ ਨੇ ਭੁੱਲ ਹੀ ਜਾਂਦੇ ਹਾਂ। ਅਸੀਂ ਆਪਣਾ ਹੀ ਰਾਗ ਲਾਪਣ ਲੱਗ ਪਏ ਨੇ। ਮਹਾਰਾਜ ਸੱਚੇ ਪਾਤਸ਼ਾਹ ਬੜੀ ਕਿਰਪਾ ਹੋਈ, ਚੇਤ ਦਾ ਮਹੀਨਾ ਚੜਿਆ, ਮਿਹਰ ਕਰੀ। ਤੇ ਮਹਾਰਾਜ ਮਿਹਰ ਕਰ ਰਹੇ ਨੇ, ਸੁਣ ਲਾ ਅੱਗੇ, ਧਿਆਨ ਦੇ। ਮਹਾਰਾਜ ਕੀ ਕਹਿੰਦੇ ਨੇ? ਚੇਤ ਗੋਵਿੰਦ ਆਰਾਧੀਐ ਹੋਵੇ ਆਨੰਦ ਕਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਸੰਗਤ ਵਿੱਚ ਬਹਿ ਕੇ ਗੁਰੂ ਦੇ ਪਿਆਰਿਆਂ ਦੇ ਕੋਲੋਂ, ਗੁਰੂ ਦੀ ਸੰਗਤ ਵਿੱਚੋਂ ਮੈਂ ਅੱਜ ਇੱਕ ਗੱਲ ਸਿੱਖ ਆਇਆ। ਮੈਂ ਆਪਣੀ ਰਸਨਾ ਤੇ ਰੱਬ ਦੀ ਗੱਲ ਰੱਖਣੀ ਹੈ ਹਮੇਸ਼ਾ। ਹੁਣ ਵੇਖ ਲੈਨੇ ਕਿੰਨੇ ਕੁ ਰੱਖਦੇ ਨੇ ਆਪਣੀ ਰਸਨਾ ਤੇ ਰੱਬ ਦੀ ਗੱਲ। ਕੱਲ ਦਾ ਸੂਰਜ ਚੜ੍ਹਨਾ ਹੈ, ਰਸਨਾ ਨੇ ਫਿਰ ਆਪਣੇ ਹੀ ਸਵਾਦ ਲੈਣੇ ਨੇ। ਤਾਂ ਹੀ ਕਿਹਾ ਨਾ ਇਹ ਰਸਨਾ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਜਿੱਤਾ ਹਰ ਰਸ ਪੱਲੇ ਨਾ ਪਾਏ। ਤੂੰ ਤੇ ਹਰੀ ਦਾ ਰਸ ਪੱਲੇ ਹੀ ਨਹੀਂ ਬੰਨਦੀ। ਤੁਸੀਂ ਪੁੱਛ ਕੇ ਵੇਖੋ ਬੰਦਿਆਂ ਨੂੰ, ਫਲਾਨੀ ਚੀਜ਼ ਦਾ ਸਵਾਦ, ਫਲਾਨੀ ਦਾ ਸਵਾਦ, ਫਲਾਨੀ ਦਾ ਸਵਾਦ। ਰੋਜ਼ ਸ਼ਾਮ ਨੂੰ ਕਹਿੰਦੇ ਆਹ ਬਣਾਓ, ਫਿਰ ਇਹਦਾ ਸਵਾਦ ਬੜਾ ਆਉਂਦਾ। ਕਿੰਨੇ ਰੋਜ਼ ਘਰ ਬਹਿ ਕੇ ਕਹਿੰਦੇ ਨੇ ਜਪਜੀ ਦਾ ਸਵਾਦ ਬੜਾ ਆਇਆ, ਸੋਦਰ ਦਾ ਸਵਾਦ ਬੜਾ ਆਇਆ। ਕਦੀ ਕਹਿੰਦਾ ਕੋਈ ਸਵਾਦ ਆਇਆ? ਫਲਾਨੇ ਦੇ ਵਿਆਹ 'ਚ ਗਏ, ਬੱਲੇ 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 ਸਵਾਦ ਆ ਗਿਆ। ਕਾਹਦਾ ਸਵਾਦ ਲੈਣ ਗਏ ਸੀ ਵਿਆਹ? ਕੀ ਸਵਾਦ ਲੈ ਕੇ ਮੁੜੇ ਹੋ? ਸਵਾਦ ਤਾਂ ਹੁਣ ਤਾਂ ਟੇਸਟ ਬਦਲ ਗਿਆ ਫਿਰ ਸਾਡਾ। ਤੇ ਜਦੋਂ ਤੁਸੀਂ ਸਵਾਦ ਲੈਣ ਹੋਰ ਲੱਗ ਪਏ ਤੇ ਫਿਰ ਤੁਹਾਨੂੰ ਸਵਾਦ ਗੁਰੂ ਦੇ ਕੋਈ ਦੇਵੇ ਕਿਉਂ? ਬਾਬੇ ਨੇ ਕਿਹਾ ਵਿਣ ਗਾਹਕ ਗੁਣ ਵੇਚੀਐ। ਜੇ ਗਾਹਕ ਤੋਂ ਬਿਨਾਂ ਹੀ ਗੁਣ ਵੇਚਿਆ ਜਾਏ, ਵੇਖੋ ਤੁਹਾਡੀ ਲੋੜ ਹੋਵੇ ਫਿਰ ਤੇ ਤੁਸੀਂ ਗੰਢੇ ਲੈ ਲੈਨੇ ਹੋ 100 ਰੁਪਏ ਕਿਲੋ ਵੀ, ਤੇ ਜੇ ਲੋੜ ਨਾ ਹੋਵੇ, ਇਹ ਡਿਪੈਂਡ ਕਰਦਾ ਤੁਹਾਡੀ ਰਿਕੁਆਇਰਮੈਂਟ। ਤੁਸੀਂ ਲੋੜ ਨਹੀਂ ਪੈਦਾ ਕਰ ਸਕੇ। ਤੇ ਸਿੱਖ ਨੇ, ਬਾਬੇ ਨਾਨਕ ਜੀ ਦੀ ਵਿਚਾਰਧਾਰਾ ਨੇ ਲੋੜ ਪੈਦਾ ਕੀਤੀ। ਜਿੱਦਣ ਤੁਹਾਨੂੰ ਲੱਗਾ ਨਾ ਵੀ ਲੋੜ ਹੈ ਸਾਡੇ ਕੈਲੰਡਰ ਦੀ, ਉਦੋਂ ਰਾਤ ਨੂੰ ਨੀਂਦ ਨਹੀਂ ਆਏਗੀ ਤੁਹਾਨੂੰ। ਜਿੰਨਾਂ ਤੁਹਾਨੂੰ ਲੱਗਿਆ ਲੋੜ ਹੈ ਇਹਦੀ, ਚਾਹੀਦਾ, ਸਾਡਾ ਕੈਲੰਡਰ ਨਹੀਂ ਹੋਏਗਾ, ਸਾਡੀ ਵੱਖਰੀ ਆਇਡੈਂਟੀਟੀ ਖਤਰੇ ਵਿੱਚ ਪੈ ਜਾਏਗੀ, ਉਦੋਂ ਤੁਹਾਡੀ ਰਾਤ ਦੀ ਨੀਂਦ ਉੱਡੇਗੀ। ਅਜੇ ਤੁਹਾਨੂੰ ਲੋੜ ਨਹੀਂ ਲੱਗਦੀ, ਅਜੇ ਤੁਹਾਨੂੰ ਲੱਗਦਾ ਹੈ ਤੁਸੀਂ ਤਾਂ ਲੋੜ ਹੋਵੇ ਫਿਰ ਤਾਂ ਤਸ਼ੱਦਦ ਕਰਨ ਲੱਗਿਆ ਵੀ ਤੁਸੀਂ ਨਹੀਂ ਸੋਚਦੇ। ਸਕੂਲੇ ਬੱਚਾ ਕਿੰਨੇ ਕੁ ਸਾਲਾਂ ਦਾ ਪਾ ਦਿੰਦੇ ਆ ਆਪਾਂ? ਬੋਲੋ ਉੱਚੀ ਮਾੜਾ ਜਿਹਾ। ਕਿੰਨੇ ਕੁ ਸਾਲਾਂ ਦਾ ਬੱਚਾ ਸਕੂਲੇ ਪਾ ਦਿੰਦੇ ਆ? 3 ਸਾਲਾਂ ਦਾ। ਬੋਲਦੇ ਉੱਚੀ ਕੋਈ ਨਹੀਂ। 3 ਦਾ, 3.5 ਦਾ, 2.5 ਦਾ, ਕਈ ਤਾਂ 2 ਦਾ ਵੀ ਪਾ ਦਿੰਦੇ। ਕਿਉਂ? ਲੋੜ ਹੈ। ਜੇ ਨਾ ਸਕੂਲੇ ਪਾਇਆ, ਪੜ੍ਹਾਈ 'ਚ ਪਛੜ ਗਿਆ ਤੇ ਸਮਾਜ ਦਾ ਹਾਣੀ ਨਹੀਂ ਹੋ ਸਕੇਗਾ। ਉਹ ਸਾਡੀਆਂ ਲੋੜਾਂ ਬੁਢੇਪੇ ਦੀਆਂ ਪੂਰੀਆਂ ਨਹੀਂ ਕਰ ਸਕੇਗਾ।
ਲੋੜ ਕਰਕੇ ਤਾਂ ਤੁਸੀਂ 2 ਸਾਲ ਦੇ ਬੱਚੇ ਨੂੰ ਸਵੇਰੇ 4-5 ਵਜੇ 6 ਵਜੇ ਉੱਠ ਕੇ ਵਾਸ਼ਰੂਮ 'ਚ ਖੜ ਕੇ ਉਹਦਾ ਇਸ਼ਨਾਨ ਕਰਾ ਕੇ ਉਹਨੂੰ ਬੱਸ ਦੇ ਇੱਦਾਂ ਲੈ ਕੇ ਖਲੋ ਜਾਂਦੇ ਹੋ ਵੀ ਬੱਸ ਆਉਣ ਵਾਲੀ ਹੈ, ਕਿਉਂਕਿ ਰਿਕੁਆਇਰਮੈਂਟ ਹੈ, ਤੁਹਾਡੀ ਲੋੜ ਹੈ। ਜਿੰਨਾ ਮਰਜ਼ੀ ਮਾਂ ਬੱਚੇ ਨੂੰ ਲਾਡ ਕਰਦੀ ਹੋਵੇ, ਰੋਵੇ ਬੱਚਾ, ਵਿਲਕਦੇ ਨੇ ਛੋਟੇ ਛੋਟੇ ਬੱਚੇ, ਉਹਨਾਂ ਦਾ ਸਕੂਲੇ ਜਾਣ ਨੂੰ ਜੀ ਨਹੀਂ ਕਰਦਾ, ਮਾਂ ਦੇ ਕੱਪੜੇ ਫੜ ਲੈਂਦੇ, ਲੱਤਾਂ ਨਾਲ ਚੰਬੜ ਜਾਂਦੇ, ਮੰਮੀ ਮੈਂ ਨਹੀਂ ਜਾਣਾ ਸਕੂਲ, ਕਹਿੰਦੀ ਪੁੱਤ ਜਾ। ਹਾਲਾਂਕਿ ਮਾਂ ਦਾ ਦਿਲ ਥੋੜੀ ਕਰਦਾ ਰੋਂਦੇ ਬੱਚੇ ਨੂੰ ਤੋਰੇ। ਤੇ ਕਿੰਨੀਆਂ ਮਾਵਾਂ ਨੇ ਜਿਹੜੀਆਂ ਬੱਚੇ ਰੋਂਦੇ ਕਲਾਉਂਦੇ ਗੁਰਦੁਆਰੇ ਵੀ ਲਿਆਉਂਦੀਆਂ ਨੇ ਵੀ ਇਹਨਾਂ ਨੂੰ ਮੂਲ ਮੰਤਰ ਵੀ ਸਮਝਾਓ। ਤੇ ਜੇ ਕੋਈ ਮੇਰੇ ਵਰਗਾ ਕਵੇ ਗੁਰਦੁਆਰੇ ਲਿਆਓ, ਕਹਿੰਦੇ ਅੱਜ ਕੱਲ ਲੋੜ ਨਹੀਂ। ਮੈਂ ਇੱਕ ਵਿਆਹ 'ਚ ਗਿਆ ਲੁਧਿਆਣੇ, ਕਹਿੰਦੇ ਭਾਈ ਸਾਹਿਬ ਜੀ ਅੱਜ ਕੱਲ ਬੱਚਿਆਂ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਹੈ। ਤੇ ਮੈਂ ਉਹਨਾਂ ਨੂੰ ਕਿਹਾ ਮੈਂ ਦਿੰਦਾ ਹੀ ਨਹੀਂ ਸਿੱਖਿਆ। ਮੈਂ ਕਿ ਮੈਨੂੰ ਕਿਹੜਾ ਕੋਈ ਸਿੱਖਿਆ ਦਾ ਮਾਂ ਚੜਿਆ ਵੀ ਮੈਂ ਤੁਹਾਡੇ ਬੱਚਿਆਂ ਨੂੰ ਜ਼ਰੂਰੀ ਦੇਣੀ ਹੈ? ਨਹੀਂ ਦਵਾਉਣੀ ਨਾ ਦਵਾਓ। ਮੈਨੂੰ ਤਾਂ ਸੱਦਿਆ ਮੈਂ ਤਾਂ ਆ ਗਿਆ। ਪਰ ਜਿਹੜੇ ਕਹਿੰਦੇ ਹੋ ਨਾ ਅੱਜ ਕੱਲ ਸਿੱਖਿਆ ਦੀ ਲੋੜ ਨਹੀਂ, ਇੰਨਾ ਕੁ ਮੈਨੂੰ ਜਵਾਬ ਦੇ ਦਿਓ ਵੀ ਤਲਾਕ ਦੀ ਰੇਸ਼ੋ ਅੱਜ ਵਧੀ ਹੈ ਕਿ ਅੱਜ ਤੋਂ 50 ਸਾਲ ਪਹਿਲਾਂ ਵਧੀ ਸੀ? ਮੈਨੂੰ ਦੱਸੋ, ਡਿਵੋਰਸ ਅੱਜ ਵੱਧ ਹੁੰਦੇ ਨੇ ਕਿ 50 ਸਾਲ ਪਹਿਲਾਂ ਵੱਧ ਹੁੰਦੇ ਸੀ? ਕਹਿੰਦੇ ਅੱਜ ਵੱਧ ਹੁੰਦੇ ਨੇ। ਮੈਂ ਕਿਹਾ ਵੱਧ ਸਿੱਖਿਆ ਦੇਣ ਦੀ ਲੋੜ ਹੈ। ਡਿਗਰੀਆਂ ਨਾਲ ਜੇ ਲੋਕ ਸਿਆਣੇ ਹੁੰਦੇ ਤੇ ਫਿਰ ਪਤਾ ਨਹੀਂ ਦੁਨੀਆ ਕਦੋਂ ਦੀ ਸਿਆਣੀ ਹੋ ਗਈ ਹੁੰਦੀ ਹੈ। ਮੈਂ ਥੋੜੀ ਬਾਣੀ 'ਚ ਲਿਖਿਆ, ਧਣੀ ਵਿਹੂਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ। ਧਣੀ ਤੋਂ ਵਿਹੂਣਾ, ਪਾਟ ਪਟੰਬਰ ਰੇਸ਼ਮੀ ਕੱਪੜਿਆਂ ਦੇ ਲਿਬਾਸ ਪਾਏ ਹੋਣ ਤੁਸੀਂ, ਪਰ ਉਹ ਅੱਗ 'ਚ ਸੜਨ ਜੋਗੇ ਨੇ, ਕਿਉਂਕਿ ਧੂੜੀ ਵਿੱਚ ਲਡੰਦੜੀ ਸੋਹਾ ਨਾਨਕ ਤੈ ਸ਼ਾਹ ਨਾਲੇ। ਜੇ ਰੱਬ ਨਾਲ ਹੈ ਤੇਰੇ ਕੱਪੜਿਆਂ ਤੇ ਘੱਟਾ ਵੀ ਪ੍ਰਵਾਨ ਹੈ। ਆਓ ਇਹਨਾਂ ਝਗੜਿਆਂ ਤੋਂ ਦੂਰ ਹੋਈਏ, ਸਹਿਜ ਨਾਲ ਸਪੇਸ ਦੇ ਕੇ ਕਰ ਲੈਣ ਦੋ। ਜੇ ਕੋਈ ਗੱਲ ਕਰਦਾ ਨਾ, ਐਵੇਂ ਹੈਪਰ ਨਾ ਹੋਇਆ ਕਰੋ, ਏਡੀ ਛੇਤੀ ਗੁੱਸੇ 'ਚ ਨਾ ਆਇਆ ਕਰੋ, ਸੁਣ ਲਿਆ ਕਰੋ। ਉਹਦੇ ਤੋਂ ਬਾਅਦ ਆਪਣੀ ਕਹਿਣ ਦੀ ਜੁਰਤ ਵੀ ਰੱਖਿਆ ਕਰੋ, ਤੇ ਜੁਰਤ ਤਰੀਕੇ ਨਾਲ, ਗੱਲ ਬੜੇ ਸੰਜੀਦਗੀ ਨਾਲ। ਜਿੱਦਣ ਤੁਹਾਨੂੰ ਲੱਗਿਆ ਨਾਨਕ ਸ਼ਾਹੀ ਕੈਲੰਡਰ ਦੀ ਲੋੜ ਹੈ, ਉਹਦੇ 2 ਨੁਕਤੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ। ਹੋਰ ਬਹੁਤ ਕੁਝ ਵਿਚਾਰਿਆ ਜਾ ਸਕਦਾ, ਸਮਾਂ ਆਗਿਆ ਨਹੀਂ ਦਿੰਦਾ। ਆਪਾਂ ਇਹਨਾਂ ਚੀਜ਼ਾਂ ਨੂੰ ਬਹਿ ਕੇ ਗੁਰੂ ਦੀ ਗੋਦ ਵਿੱਚ ਰਲ ਮਿਲ ਕੇ ਵਿਚਾਰੀਏ। ਸੂਝਵਾਨ ਪਤਵੰਤੇ ਸੱਜਣ ਆਓ ਅੱਗੇ ਲੱਗੀਏ, ਸਿਰ ਜੋੜੀਏ। ਅੱਗੇ ਇਸ ਕਰਕੇ ਨਾ ਲੱਗੀਏ ਵੀ ਸਾਨੂੰ ਕੁਝ ਚਾਹੀਦਾ ਹੈ, ਅੱਗੇ ਇਸ ਕਰਕੇ ਲੱਗੀਏ ਵੀ ਸਾਡੀ ਕੌਮ ਦੀ ਇਸ ਵੇਲੇ ਲੋੜ ਹੈ। ਵਕਤ ਕੱਢਣ ਦਾ ਵੇਲਾ ਹੈ, ਸਾਰਿਆਂ ਨੂੰ ਸੁਚੇਤ ਹੋਣਾ ਪੈਣਾ, ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਪੈਣਾ। ਵੀਰ ਸੰਦੀਪ ਸਿੰਘ ਦੀਪ ਸਿੱਧੂ ਜਿਨ੍ਹਾਂ ਨੂੰ ਤੁਸੀਂ ਅੱਜ ਯਾਦ ਕਰ ਰਹੇ ਹੋ, ਇੱਕ ਗੱਲ ਉਹ ਬਾਰ-ਬਾਰ ਆਪਣੀ ਉਹਦੀਆਂ ਦੀਆਂ ਸਪੀਚਸ ਜਿਹੜੀਆਂ ਇੰਟਰਨੈਟ ਤੇ ਪਈਆਂ ਨੇ ਸੁਣੇ, ਇੱਕ ਗੱਲ ਉਹਨੇ ਬਾਰ-ਬਾਰ ਕਹੀ ਹੈ, ਪੰਜਾਬੀਓ ਇਕੱਠੇ ਹੋ ਜਾਓ, ਸਿੱਖੋ ਇਕੱਠੇ ਹੋ ਜਾਓ, ਏਕੇ 'ਚ ਆ ਜਾਓ, ਇੱਕ ਹੋਗੇ ਤੇ ਬਚੋਗੇ। ਤੇ ਜੇ ਬੜੇ ਨਾਅਰੇ ਲੱਗੇ, ਜਿੱਦਣ ਸੰਸਕਾਰ ਸੀ ਉਸ ਵੀਰ ਦਾ, ਅਸੀਂ ਉੱਥੇ ਸਾਂ। ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਤੇ ਪਹਿਰਾ ਦੇਣ ਦਾ ਮਤਲਬ ਹੈ ਇੱਕ ਹੋਈਏ, ਆਪਾਂ ਇੱਕ ਹੋਈਏ, ਆਪਣੇ ਨੈਰੇਟਿਵ ਸੈੱਟ ਕਰੋ, ਸਿੱਖ ਦੇ ਵਿਜ਼ਨ ਨੂੰ ਸਮਝਾਓ ਲੋਕਾਂ ਨੂੰ। ਤੁਸੀਂ ਆਪਣਾ ਵਿਜ਼ਨ ਸਮਝਾਉਣ 'ਚ ਫੇਲੀਅਰ, ਅਸੀਂ ਆਪਣਾ ਵਿਜ਼ਨ ਹੀ ਨਹੀਂ ਰੱਖ ਪਾਏ ਲੋਕਾਂ ਦੇ ਸਾਹਮਣੇ। ਤੇ ਜਿਹੜਾ ਬੰਦਾ ਵਿਜ਼ਨ ਰੱਖਦਾ ਹੈ ਨਾ ਸਿੱਖੀ ਦਾ, ਉਸ ਵੇਲੇ ਫਿਰ ਜਦੋਂ ਮੈਂ ਆਪਣਾ ਵਿਜ਼ਨ ਰੱਖਿਆ ਹੁੰਦਾ ਹੈ ਤੇ ਕੋਈ ਸਿੱਖੀ ਦਾ ਵਿਜ਼ਨ ਰੱਖ ਦਿੰਦਾ ਹੈ ਤੇ ਮੇਰਾ ਕੱਦ ਬਹੁਤ ਛੋਟਾ ਹੋ ਜਾਂਦਾ ਹੈ। ਇਸ ਕਰਕੇ ਮੈਨੂੰ ਉਹ ਬੰਦਾ ਖਤਰਨਾਕ ਵੀ ਲੱਗਣ ਲੱਗ ਪੈਂਦਾ ਜਿਹੜਾ ਵੱਡਾ ਵਿਜ਼ਨ ਸਮਝਾ ਦਿੰਦਾ। ਸਾਡੀ ਕਮਿਊਨਿਟੀ ਦੀ ਇੱਕ ਹੋਰ ਸਮੱਸਿਆ ਵੀ ਬਹੁਤ ਹੈ, ਅਸੀਂ ਮਾਦਾ ਨਹੀਂ ਆ ਸਾਡੇ 'ਚ। ਸਾਡੇ ਗੁਰੂ ਸਾਹਿਬਾਨਾਂ ਨੇ ਸਿਖਾਈ ਇਹ ਗੱਲ। ਭਾਈ ਲਹਿਣੇ ਨੂੰ ਉਸ ਜਗ੍ਹਾ ਤੇ ਬਿਠਾ ਕੇ ਸ੍ਰੀ ਚੰਦ ਨੂੰ ਦੱਸਿਆ ਵੀ ਤੂੰ ਨਹੀਂ ਕਾਬਲ ਇਸ ਦੇ। ਤੇ ਸ੍ਰੀ ਚੰਦ ਵੀ ਸਮਝਿਆ, ਭਾਵੇਂ ਉਹ ਸਮਝਿਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵੇਲੇ ਆਣ ਕੇ, ਲੇਟ ਸਮਝਿਆ, ਪਰ ਸਮਝਿਆ ਇਸ ਗੱਲ ਨੂੰ ਵੀ ਇਸ ਜਗ੍ਹਾ ਤੇ ਭਾਈ ਲਹਿਣਾ ਹੀ ਬਹਿ ਸਕਦਾ। ਵਕਤ ਨਹੀਂ, ਬੜੀਆਂ ਚੀਜ਼ਾਂ ਨੇ ਐਸੀਆਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਹ ਗੱਲ ਵਕਤ ਸਿਰ ਸਮਝੀ ਹੁੰਦੀ ਵੀ ਅਸਲ 'ਚ ਸਿੱਖੀ ਦਾ ਕਿਰਦਾਰ ਕੀ ਹੁੰਦਾ, ਤੇ ਸ਼ਾਇਦ ਡੋਗਰਿਆਂ ਦੇ ਕਹਿਣੇ ਵਿੱਚ ਉਹ ਨਾ ਆਉਂਦਾ। ਜੇ ਉਹ ਡੋਗਰਿਆਂ ਦੇ ਆਖੇ ਨਾ ਲੱਗਦਾ, ਸਿੱਖਾਂ ਦੀ ਇਹ ਹਾਲਤ ਨਾ ਹੁੰਦੀ। ਪਰ ਅਸੀਂ ਹਮੇਸ਼ਾ ਬਹੁਤ ਬਾਅਦ ਸਿੱਖ ਰਾਜ ਕਿਵੇਂ ਗਿਆ,
ਸੁਣ ਸਿੰਘ ਸੀਤਲ ਦੀ ਪੁਸਤਕ ਹੈ, ਹਰ ਪੰਜਾਬੀ ਦੇ ਘਰ ਚਾਹੀਦੀ ਹੈ। ਉਹਨੂੰ ਲੈ ਕੇ ਇੱਕ ਵਾਰ ਪੜ੍ਹੋ। ਦੁਖੀਏ ਮਾਂ ਪੁੱਤ ਕਿਤਾਬ ਹੈ ਇੱਕ ਛੋਟੀ ਜੀ, ਸੁਣ ਸਿੰਘ ਸੀਤਲ ਹੋਣਾ ਦੀ। ਪੜ੍ਹਨ ਦੀ ਆਦਤ ਪਾਓ ਆਪਣੇ ਘਰਾਂ ਵਿੱਚ। ਉਹ ਕਿਤਾਬ ਬਹਿ ਕੇ ਪੜ੍ਹਿਓ, ਤੁਹਾਨੂੰ ਇਲਮ ਹੋਏਗਾ ਕਿਸੇ ਨੇ ਸਾਡੀ ਕੌਮ ਨੂੰ ਬਚਾਉਣ ਦੇ ਵਾਸਤੇ ਕਿੰਨੇ ਇਲਮ, ਕਿੰਨੇ ਯਤਨ, ਕਿੰਨੇ ਉਪਰਾਲੇ ਕੀਤੇ ਨੇ, ਪਰ ਅਸੀਂ ਉਹ ਚੀਜ਼ਾਂ ਲੋਕਾਂ ਦੇ ਸਾਹਮਣੇ ਰੱਖ ਨਹੀਂ ਸਕੇ। ਅੱਜ ਇੱਕ ਫਿਲਮ 'ਚ ਕੰਮ ਕਰਨ ਵਾਲੀ ਭੈਣ ਤਾਂ ਸਾਡੇ ਬੱਚਿਆਂ ਲਈ ਸੱਚੀ ਮੁੱਚੀ ਆਈਡੀਅਲ ਹੋ ਸਕਦੀ ਹੈ, ਸਾਡੀ ਬੱਚੀਆਂ ਦੀ ਆਈਡੀਅਲ ਹੋ ਸਕਦੀ ਹੈ, ਪਰ ਉਹ ਮਹਾਰਾਣੀ ਜਿੰਦ ਕੌਰ ਨੂੰ ਨਹੀਂ ਜਾਣਦੀਆਂ, ਜਿਹਦਾ ਚਿਹਰਾ ਚਮਕਦੇ ਚੰਦਰਮਾ ਵਰਗਾ ਸੀ। ਪਰ ਜਦੋਂ ਰਾਮਨਗਰ ਦੇ ਕਿਲੇ ਵਿੱਚੋਂ ਰਾਤ ਨਿਕਲੀ ਸੀ ਨਾ, ਆਪਣੇ ਹੱਥਾਂ ਨਾਲ ਉਹਨੇ ਆਪਣੇ ਚਿਹਰੇ ਤੇ ਕਾਲਖ ਮਲੀ ਸੀ ਆਪਣਾ ਰਾਜ ਦੁਬਾਰਾ ਸਥਾਪਿਤ ਕਰਨ ਲਈ। ਪਰ ਨਹੀਂ ਦੱਸਣਗੇ ਤੁਹਾਨੂੰ, ਇਹਨਾਂ ਚੀਜ਼ਾਂ ਨੂੰ ਲੋਕਾਂ ਦੇ ਸਾਹਮਣੇ ਨਹੀਂ ਆਉਣ ਦੇਣਾ। ਗੁਰੂ ਮਿਹਰ ਕਰੇ ਅਸੀਂ ਬਾਬੇ ਦੀ ਬਾਣੀ ਨੂੰ ਅਮਲ ਵਿੱਚ ਲਿਆ ਸਕੀਏ। ਆਪ ਸਭਨਾਂ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ। ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ, ਗੁਰੂ ਨੂੰ, ਗੁਰੂ ਦੀ ਮਰਿਆਦਾ ਨੂੰ ਧਿਆਨ ਵਿੱਚ ਲਾਈਏ। ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ, ਸਵਰੇ ਸਹਿਯੋਗੀ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਯਤਨ ਕੀਤਾ ਅਸੀਂ ਨਵੇਂ ਸਾਲ ਨੂੰ ਗੁਰੂ ਦੀ ਗੋਦ ਵਿੱਚ ਬਹਿ ਕੇ ਜੀਓ ਆਇਆ ਕਹਿ ਸਕੇ ਹਾਂ। ਇਹਨਾਂ ਗੱਲਾਂ ਨੂੰ ਯਾਦ ਵੀ ਰੱਖਿਓ, ਸੁਰਤ ਵਿੱਚ ਵੀ ਵਸਾਇਓ ਤੇ ਇਹਨਾਂ ਤੇ ਅਮਲ ਕਰਨ ਦਾ ਯਤਨ ਵੀ ਸਾਰੇ ਕਰਿਓ। ਭੁੱਲਾਂ ਚੁੱਕਾਂ ਲਈ ਖਿਮਾ। ਅਕਾਲ ਪੁਰਖ ਵਾਹਿਗੁਰੂ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ। ਭੁੱਲਾਂ ਮੇਰੀਆਂ ਸਮਝ ਕੇ ਚਿਤਾਰ ਦਿਓ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।